ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ। ਤੁਸੀਂ ਸੁਣ ਕੇ ਹਟਿਓ ਜੀ ਨਾਅਰੇਬਾਜ਼ੀ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਹੋ ਰਹੀ ਹੈ, ਬਿਜਲੀ ਬੋਰਡ ਦੇ ਖਿਲਾਫ ਨਾਅਰੇਬਾਜ਼ੀ ਹੋ ਰਹੀ ਹੈ। ਆਖਰ ਕਿਉਂ ਹੋ ਰਹੀ ਹੈ ਨਾਅਰੇਬਾਜ਼ੀ? ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਹੈਗੇ ਆ ਜੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਆਪਾਂ ਉੱਥੇ ਹੈਗੇ ਆ ਜੀ। ਸੱਜਣ ਹੈਗੇ ਨੇ ਜਿਹੜੇ ਨਾਅਰੇਬਾਜ਼ੀ ਕਰਕੇ ਹਟਿਆ, ਆਪਾਂ ਥੋੜੀ ਗੱਲਬਾਤ ਉਹਨਾਂ ਨਾਲ ਕਰਾਂਗੇ। ਤੁਹਾਨੂੰ ਸਾਰਿਆਂ ਨੂੰ ਚੇਤੇ ਹੋਊਗਾ, ਮੈਨੂੰ ਵੀ ਯਾਦ ਹੈ ਚੋਣਾਂ ਤੋਂ ਪਹਿਲਾਂ ਜਿਹਨਾਂ ਦੇ ਹੁਣ ਸਰਕਾਰ ਬਣਾਈ ਆ ਇਹ ਦਾਅਵੇ ਕਰਦੇ ਹੁੰਦੇ ਸੀਗੇ ਤੇ ਵਾਅਦੇ ਵੀ ਕੀਤੇ ਸੀ ਇਹਨਾਂ ਨੇ ਕਿ ਤੁਹਾਨੂੰ 24 ਘੰਟੇ ਬਿਜਲੀ ਦੇਵਾਂਗੇ। ਔਰ ਜਿਹੜੇ ਖੇਤਾਂ ਵਾਲੇ ਕਿਸਾਨ ਹੈਗੇ ਆ ਉਹਨਾਂ ਨਾਲ ਵੀ ਵਾਅਦੇ ਕੀਤੇ ਸੀਗੇ ਕਿ ਤੁਹਾਨੂੰ ਅਸੀਂ 12 ਘੰਟੇ ਬਿਜਲੀ ਦੇਵਾਂਗੇ। ਸੋ ਉਹਨਾਂ ਨੇ ਵਾਅਦੇ ਕੀਤੇ ਸੀਗੇ, ਪਰ ਅੱਜ ਲੋਕਾਂ ਨੂੰ ਲੱਗਦਾ ਕਿ ਵਾਅਦੇ ਵਫਾ ਨਹੀਂ ਹੋਏ। ਬਦਲਾਅ ਵੀ ਆਊਗਾ, ਬਦਲਾਅ ਆਇਆ ਜਾਂ ਨਹੀਂ? ਆਪਾਂ ਸੱਜਣ ਬੈਠੇ ਨੇ, ਗੁਰਦੀਪ ਸਿੰਘ ਜੀ ਬੈਠੇ ਨੇ, ਖੁਣਖੁਣ ਗੁਰਨਾਮ ਸਿੰਘ ਸਿੰਗੜੀ ਵਾਲਾ ਤੇ ਹੋਰ ਸਾਰੇ ਇਲਾਕੇ ਦੇ ਸੱਜਣ ਬੈਠੇ। ਆਪਾਂ ਥੋੜੀ ਕਰ ਲੈਂਦੇ ਹਾਂ ਗੱਲਬਾਤ। ਖੁਣਖੁਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਦਰੀਆਂ ਦਿਖਾ ਦਿਓ ਜੀ, ਮੇਰਾ ਬਹੁਤ ਚਿੱਤ ਕਰਦਾ, ਕਿਉਂਕਿ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਮੈਂ ਜਦੋਂ ਵੀ ਵੇਖਿਆ ਸੰਘਰਸ਼ ਕਰਦੇ ਵੇਖਿਆ ਇੱਦਾਂ ਆ ਨੀਲੇ ਤੇ ਲਾਲ, ਕਾਲਾ ਤੇ ਲਾਲ ਇੱਦਾਂ ਦੇ ਰੰਗ ਦੀਆਂ ਦਰੀਆਂ ਫੰਟਾਂ ਜਿਹੇ ਵਾਲੀਆਂ ਇੱਦਾਂ ਹੀ ਸੰਘਰਸ਼ ਕਰਦੇ ਆ। ਪਤਾ ਨਹੀਂ ਹੱਲੇ ਸਾਰਾ ਕੁਛ ਕਿੰਨਾ ਕੁ ਚਿਰ ਹੋਰ ਚੱਲਣਾ ਹੈਗਾ। ਖੁਣਖੁਣ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਵੀ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ 24 ਘੰਟੇ ਬੱਤੀ ਦੇਵਾਂਗੇ ਘਰਾਂ ਨੂੰ, ਤੇ ਮੇਰੇ ਖਿਆਲ ਖੇਤਾਂ ਦੇ ਵਾਸਤੇ ਉਹਨਾਂ ਨੇ ਵਾਅਦਾ ਕੀਤਾ ਸੀਗਾ 12 ਘੰਟੇ। ਤੇ ਹੁਣ ਤੁਹਾਨੂੰ ਇਤਰਾਜ਼ ਕੀ ਆ? ਬਿਜਲੀ ਮਿਲ ਨਹੀਂ ਰਹੀ 12 ਘੰਟੇ। ਮੈਨੂੰ ਲੱਗਦਾ 12 ਘੰਟੇ ਤਾਂ ਬਣ ਜਾਂਦੇ ਹੋਣੇ ਆ, ਭਾਵੇਂ ਹਫ਼ਤੇ ਦੇ ਹੀ ਬਣਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਤੋਂ ਧੰਨਵਾਦ ਕਰੂੰਗਾ ਵੀ ਤੁਸੀਂ ਸਾਡੀ ਗੱਲ ਜਿਹੜੀ ਦੂਰ ਤੱਕ ਪਹੁੰਚਾਉਣੇ ਪੂਰੀ ਦੁਨੀਆ ਤੇ ਜਿਹੜੀ ਦਰੀਆਂ ਵਾਲੀ ਗੱਲ ਤੁਸੀਂ ਕੀਤੀ ਆ, ਇਹ ਅਸੀਂ ਤਾਂ ਦਰੀਆਂ ਤੇ ਰਹੇ ਆ, ਚਾਹੇ ਸਰਕਾਰ ਕੋਈ ਵੀ ਆ ਜਾਵੇ। ਜਦੋਂ ਇਹ ਸਰਕਾਰ ਬਣੀ, ਲੋਕਾਂ ਨੇ ਦੂਜੀਆਂ ਸਰਕਾਰਾਂ ਨੂੰ ਝਟਕਾ ਦੇਣ ਨੂੰ ਜਾਂ ਉਹਨਾਂ ਨੂੰ ਅਕਲ ਦੇਣ ਲਈ ਇਹ ਇੱਕ ਰੋਸ ਸੀ ਜਿਹਦੇ ਵਿੱਚ ਸਰਕਾਰ ਬਣਾਤੀ। ਉਹ ਸਰਕਾਰ ਬਣ ਗਈ ਨਹੀਂ, ਸਾਨੂੰ ਬਣਦਿਆਂ ਕਿਹਾ ਵੀ ਤੁਹਾਨੂੰ ਜ਼ਿਮੀਂਦਾਰਾਂ ਨੂੰ 12 ਘੰਟੇ ਬੱਤੀ ਆਊਗੀ। ਬੱਤੀ ਆਉਂਦੀ ਰਹੀ 4 ਘੰਟੇ। ਅਸੀਂ ਐਸੀ ਸਾਹਿਬ ਕੋ ਆਏ, ਸਾਰੇ ਜਿੰਨੇ ਸੱਜਣ ਬੈਠੇ ਆ, ਅਸੀਂ ਇਹਨਾਂ ਨੂੰ ਕਹਿ ਕੇ ਤੇ ਇਹਨੇ 6 ਘੰਟੇ ਬੱਤੀ ਸਾਡੀ ਫੇਰ ਜਿਹੜੀ ਹੋਈ ਸੀ। ਉਹ 6 ਘੰਟੇ ਬੱਤੀ ਚੱਲੀ 10-12 ਦਿਨ। ਉਹ ਤੋਂ ਬਾਅਦ 5 ਘੰਟੇ ਹੋ ਗਈ। ਅਸੀਂ ਫੇਰ ਥੋੜ੍ਹਾ ਜਰ ਲਿਆ, ਚਲੋ 5 ਘੰਟੇ 'ਚ 1 ਘੰਟਾ ਤਾਂ ਬੰਦ ਹੋ ਜਾਂਦੀ, ਫਿਊਜ਼ ਉੱਡ ਜਾਂਦੇ ਆ, ਸਭ ਕੁਝ ਹੋ ਜਾਂਦਾ। ਉਹਦੇ ਵਿੱਚ ਬਹੁਤ ਨੁਕਸਾਨ ਹੋ ਗਿਆ ਸਾਡਾ ਜਿਹੜਾ ਏਰੀਆ ਹੁਸ਼ਿਆਰਪੁਰ ਦਾ, ਇਹ ਪੂਰਾ ਹੀ ਸਬਜ਼ੀ ਏਰੀਆ ਆ। ਜਿਹੜੀ ਰੇਤਲੀ ਜ਼ਮੀਨ ਆ ਤੇ ਬਹੁਤ ਮੋਟੀ ਜ਼ਮੀਨ ਨਹੀਂ, ਤੇ ਇਹਦੇ ਵਿੱਚ ਗੰਨਾ ਆ ਤੇ ਮੱਕੀ ਆ ਤੇ ਸਬਜ਼ੀ ਆ। ਝੋਨਾ 10% ਲੱਗਦਾ। ਝੋਨੇ ਦੀ ਬੱਤੀ ਜਦੋਂ ਨੂੰ 8 ਘੰਟੇ ਹੁੰਦੀ ਆ, ਉਦੋਂ ਤਾਂ ਸਾਡੀ ਪਹਿਲੀ ਫਸਲ ਸਾਰੀ ਉੱਡ ਜਾਂਦੀ ਆ, ਖਤਮ ਹੋ ਜਾਂਦੀ ਗਰਮੀ ਨਾਲ, ਕਿਉਂਕਿ ਗਰਮੀ ਪਹਿਲਾਂ ਬਹੁਤ ਪੈਂਦੀ, ਜਿਹੜਾ ਝੋਨਾ ਲੱਗਦਾ ਬਰਸਾਤ ਸ਼ੁਰੂ ਹੋ ਜਾਂਦੀ। ਹੁਣ ਇਹਨੇ ਸਾਨੂੰ 4 ਘੰਟੇ ਕਰਤੀ। 4 ਤੋਂ ਪਰਸੋਂ ਤੋਂ ਫਰਮਾਨ ਕਰਤਾ 3 ਘੰਟੇ। 3 ਘੰਟੇ 'ਚ 2 ਵਾਰੀ ਫਿਊਜ਼ ਟਰਾਂਸਫਾਰਮਰ ਤੋਂ ਉੱਡਦੇ ਆ, ਜ਼ਿਆਦਾ ਗਰਮੀ ਕਰਕੇ ਤੇ ਲੋਡ ਘੱਟ ਕਰਕੇ। ਤੇ ਰਣਧੀਰ ਸਿੰਘ ਹੁਣੀ ਬੈਠੇ ਨਹੀਂ, ਇੱਕ ਨਾਲ ਨੂੰ ਕੱਲ ਪਾਣੀ ਲਾਇਆ ਜਿਹਦੇ 'ਚੋਂ 7 ਮਰਲੇ ਇਹਨਾਂ ਦਾ ਰਹਿ ਗਿਆ। 13 ਮਰਲੇ ਜਗ੍ਹਾ ਇਹ ਦੱਸਦੇ ਮੇਰੀ ਭਰੀ ਆ। ਕਿੱਦਾਂ ਉਹ ਕਿੱਲਿਆਂ ਦੇ ਜਿਹੜੇ ਖੇਤ ਭਰੂਗਾ, ਕਮਾਦ ਭਰੂਗਾ ਜਾਂ ਫਸਲ ਭਰੂਗਾ? ਬਹੁਤ ਵੱਡਾ ਸਾਡੇ ਨਾਲ ਧੱਕਾ ਹੋ ਰਿਹਾ। ਸਰਕਾਰ ਕਹਿੰਦੀ ਕੁਛ ਆ, ਕਰਦੀ ਕੁਛ ਆ। ਮੈਂ ਤਾਂ ਇਹ ਅੰਦਾਜ਼ਾ ਲਾ ਲਿਆ ਵੀ ਇਹ ਸਰਕਾਰ ਵੀ ਜਿਹੜੀ ਆਈ ਨਾ, ਇਹ ਵੀ ਫੇਲ ਹੀ ਆ, ਕਿਉਂਕਿ ਸਾਡੇ ਲਈ ਕਿਸਾਨਾਂ ਲਈ ਤਾਂ ਜਿੱਦਾਂ ਦੇ ਆਉਂਦੇ ਆ ਸਾਰੇ ਇੱਦਾਂ ਹੀ ਹਾਲ ਹੁੰਦਾ ਜਾਂਦਾ। ਹੁਣ ਆਹ ਜਿਹੜਾ ਦੇਖਦੇ ਸੀ, ਲੋਕਾਂ ਨੂੰ ਆਸ ਵੱਜੀ ਸੀ ਵੀ ਬੜੇ ਚੁਟਕਲੇ ਜਿਹੇ ਸੁਣਾਉਂਦਾ, ਵਧੀਆ ਬੜੀਆਂ ਗੱਲਾਂ ਵਧੀਆ ਕਰਦਾ, ਵੀ ਹੋ ਸਕਦਾ ਕਿਤੇ ਇਹ ਚੰਗਾ ਨਿਕਲ ਜਾਵੇ। ਇੱਦਾਂ ਸੁਣਾਉਂਦਾ ਹੀ ਜ਼ਿਮੀਂਦਾਰਾਂ ਨੂੰ ਆਸ ਵੱਜੀ ਸੀ। ਮੈਨੂੰ ਲੱਗਦਾ ਉਹ ਸ਼ਾਇਦ ਇੱਦਾਂ ਹੋਵੇ ਵੀ ਤੁਸੀਂ ਜਿੰਨਾ ਚਿਰ ਬੱਤੀ ਨਹੀਂ ਆਉਂਦੀ ਹੈਗੀ ਜਾਂ ਥੋੜ੍ਹਾ ਕੁ ਦੇਰ ਆ ਗਈ ਤੇ ਮੁੜ ਕੇ ਫਿਰ ਚੱਲ ਗਈ ਤੇ ਖੇਤ ਨਹੀਂ ਭਰੇ, ਉਹਨਾਂ ਚਿਰ ਤੁਸੀਂ ਪੁਰਾਣੀਆਂ ਵੀਡੀਓ ਸੁਣੋ, ਚੁਟਕਲੇ ਐਨ ਮੁਸਕਰਾਹਟ ਚਿਹਰੇ ਤੇ ਬਹੁਤ ਹਾਸੇ ਠਾਠੇ ਸੇ ਕੰਮ ਸਾਰ ਦਿੰਦਾ। ਤੇ ਉਹ ਬੱਤੀ ਵਾਲਿਆਂ ਨੂੰ ਹੁਣ ਕਹਿੰਦਾ ਨੇ, ਇੱਥੇ ਐਸੀ ਸਾਹਿਬ ਆਏ ਸਾਡੇ ਕੋਲ, ਖੜੇ ਰਹੇ ਬਹੁਤ ਚਿਰ, ਤੇ ਕਹਿੰਦੇ ਕਰਦੇ ਆ 4 ਹੋ ਜਾਂਦੀ ਆ, 3:30 ਹੋ ਜਾਂਦੀ ਆ। ਅਸੀਂ ਕਿਹਾ ਵੀ ਜਿੰਨਾ ਚਿਰ ਤੁਸੀਂ 6 ਘੰਟੇ ਸਾਡੀ ਬੱਤੀ ਨਹੀਂ ਦਿੰਦੇ, ਜਿੱਦਣ 8 ਘੰਟੇ ਹੋਊਗੀ ਉਦਣ ਅਸੀਂ 8 ਘੰਟੇ ਚਲਾ ਲਵਾਂਗੇ। ਝੋਨੇ ਵਾਲਿਆਂ ਨੂੰ ਮਿਲੂਗੀ, ਸਾਨੂੰ ਮਿਲ ਜੂ। ਤੇ ਪਰ ਸਾਡੇ ਜਿਹੜੀ ਫਸਲ ਬਰਬਾਦ ਹੋ ਗਈ ਆ। ਅੱਛਾ, ਵੈਸੇ ਤੁਹਾਨੂੰ ਇਦਾਂ ਨਹੀਂ ਲੱਗਦਾ ਹੈਗਾ ਕਿ ਜਿਹੜੀ ਆਹ ਡਿਮਾਂਡ ਹੈਗੀ ਆ ਵੀ ਬਿਜਲੀ ਦਿਓ ਤੇ ਜ਼ਮੀਨ 'ਚੋਂ ਪਾਣੀ ਕੱਢ ਕੇ ਆਪਾਂ ਖੇਤਾਂ ਨੂੰ ਲਾਈਏ, ਇਹਦੇ ਨਾਲੋਂ ਜ਼ਿਆਦਾ ਵੱਡੀ ਡਿਮਾਂਡ ਇਹ ਹੋਣੀ ਚਾਹੀਦੀ ਆ ਵੀ ਸਾਨੂੰ ਨਹਿਰਾਂ ਦਾ ਪਾਣੀ ਦਿਓ? ਨਹਿਰ ਤਾਂ ਮੈਂ ਵੇਖ ਰਿਹਾ ਇੱਧਰ ਤੁਹਾਡੇ ਇਲਾਕੇ 'ਚੋਂ, ਇੱਧਰ ਆਪਣੇ ਇਲਾਕੇ ਦੇ ਵਿੱਚ ਮੈਂ ਵੇਖਿਆ ਉਹ ਸਾਈਡਾਂ ਤੋਂ ਵੀ ਪੱਕੀ, ਔਰ ਜਿਹੜਾ ਨਹਿਰ ਦਾ ਥੱਲਾ ਹੈਗਾ ਉਹ ਵੀ ਪੂਰੀ ਤਰ੍ਹਾਂ ਪੱਕਾ ਕਰਕੇ ਸਲੈਬਾਂ ਲਾਈਆਂ ਜਿਹੜੀਆਂ। ਉੱਥੇ ਵੀ ਮੈਂ ਵੇਖਿਆ ਕਿ ਮੈਂ ਜਾ ਕੇ ਆਇਆ ਸੀਗਾ, ਉੱਥੇ ਲੁੱਕ ਪਾ ਕੇ ਐਨ ਪੂਰੀ ਤਰ੍ਹਾਂ ਸੀਲ ਕਰਤੀ ਵੀ ਇੱਕ ਬੂੰਦ ਪਾਣੀ ਦੀ ਜਿਹੜੀ ਆ ਉਹ ਤੁਹਾਡੇ ਪੰਜਾਬ ਦੀ ਜ਼ਮੀਨ ਦੇ ਵਿੱਚ ਕਿਤੇ ਸਿਮ ਨਾ ਜਾਵੇ। ਬਿਲਕੁਲ ਜੀ। ਅਸੀਂ ਪਰਸੋਂ ਉਸ ਮੋਰਚੇ 'ਚ ਪੂਰੀ ਜਥੇਬੰਦੀ ਸਮੂਲੀਅਤ ਕਰਕੇ ਆਈ ਹੈ।
ਅਸੀਂ ਵੀ ਨਹਿਰ ਦੇਖ ਕੇ ਆਏ ਆ ਉੱਥੇ, ਉਹਨਾਂ ਕੋਲ ਰਹਿ ਕੇ ਉਹਨਾਂ ਨੂੰ ਡਿਊਟੀ ਵੀ ਕਿਹਾ ਸਾਡੀ ਜਿਹੜੀ ਮਰਜ਼ੀ ਲਾਓ। ਉਹ ਨਹਿਰ ਬੜਾ ਲੰਮਾ ਸਮਾਂ ਪਹਿਲਾਂ ਇੱਥੇ ਨਹਿਰ ਨਿਕਲੀ ਸੀ, ਉਹਨੂੰ 2 ਵਾਰੀ ਢਾਹ ਲਿਆ ਉਦੋਂ ਦਾ। ਕਦੀ ਉਹਨੂੰ ਢਾਹ ਲੈਂਦੇ ਆ, ਕਦੀ ਬਣਾ ਲੈਂਦੇ ਆ, ਪਾਣੀ ਨਹੀਂ ਉਹ 'ਚ ਛੱਡਿਆ। ਉਹ ਸਾਡੇ ਨਾਲ ਵੱਡਾ ਧੱਕਾ ਆ। ਸਾਡੀਆਂ ਜ਼ਮੀਨਾਂ ਦੀਆਂ ਉੱਥੇ ਤਕੋਨਾਂ ਬਣ ਗਈਆਂ, ਜਿਹੜੇ ਕਿੱਲੇ ਚੌਰਸ ਸੀ ਉਹ ਤਕੋਨ ਬਣ ਗਈ, ਇੱਧਰ ਵੀ ਬਣ ਗਏ, ਇੱਧਰ ਬਣ ਗਏ, ਨਹਿਰ ਚੱਲੀ ਨੇ। ਉਹ ਹੁਣ ਜਿਹੜੀ ਥੱਲੇ ਉਹ ਪੱਕੀ ਕਰ ਰਹੇ ਆ, ਜਿੱਦਾਂ ਮਾਸਤੀ ਵਾਲ 'ਚ ਮੋਰਚਾ ਲੱਗਾ ਆ, ਉਹਦੇ ਵਿੱਚ ਜਿਹੜੇ ਮਾਸਤੀ ਵਾਲ ਦੇ ਨਲਕੇ ਵੀ ਸੁੱਕ ਗਏ ਵਾ। ਜੇ ਉਹ ਥੱਲੇ ਉਹ ਕੱਚਾ ਰਹੂਗਾ ਤੇ ਉਹਦੇ ਵਿੱਚ ਥੋੜ੍ਹੀ ਬਹੁਤੀ ਸੇਮ ਆ ਕੇ ਸਾਡੇ ਖੇਤਾਂ ਨੂੰ ਜਿਹੜਾ ਪਾਣੀ ਉਹ ਮਤਲਬ ਸਾਡੇ ਟਿਊਬਵੈੱਲ ਥੋੜ੍ਹਾ ਜਿਹਾ ਚੱਲਣਗੇ, ਕਿਉਂਕਿ ਪਾਣੀ ਤਾਂ ਬਹੁਤ ਕਿੱਲਤ ਆ ਜਾਣੀ। ਪਾਣੀ ਤਾਂ ਬਹੁਤ ਅਸੀਂ ਇਹ ਜਿਹੜੀ 8 ਘੰਟੇ ਦੀ 10 ਘੰਟੇ ਦੀ ਵੀ ਕਹਿ ਸਕਦੇ ਹਾਂ, ਅਸੀਂ ਵੀ ਕਹਿੰਦੇ 6 ਘੰਟੇ ਨਾਲ ਅਸੀਂ ਸਾਰੀਏ। ਤੇ ਜਿਹੜਾ ਪਾਣੀ ਥੱਲੇ ਧਰਤੀ 'ਚ ਪੀਣ ਯੋਗ ਜਿਹੜਾ ਜਿੰਨਾ ਪਾਣੀ ਉਨਾ ਹੀ ਰਹਿ ਜਾਵੇ। 6 ਤੋਂ ਵੀ ਮੈਨੂੰ ਲੱਗਦਾ ਅੱਧੇ ਰਹਿ ਜਾਣ ਤੇ ਖੇਤਾਂ ਦਾ ਪਾਣੀ ਜਿਹੜਾ ਨਹਿਰਾਂ ਦਾ ਪਾਣੀ ਹੈਗਾ ਉਹ ਦਿਓ ਤੇ ਵੱਡੀ ਗੱਲ ਉਹ। ਨਹਿਰਾਂ ਦਾ ਤਾਂ ਪਾਣੀ ਇਹ ਨਹੀਂ ਸਾਰਾ। ਉਦੋਂ ਜਿਹੜੀ ਵੱਡੀਆਂ ਨਹਿਰਾਂ ਸੀ ਉਹ ਨੌਜਵਾਨਾਂ ਨੇ ਆਪਣਾ ਖੂਨ ਡੋਲ ਕੇ ਰੋਕੀਆਂ ਤੇ ਉਹ ਪਾਣੀ ਜਾਣੋਂ ਰੋਕਿਆ। ਥੋੜ੍ਹਾ ਜਿਹਾ ਵਿਚਾਰਿਆਂ ਦੀ ਉਹਦੇ ਧੰਨ ਉਹਨਾਂ ਦੀ ਕਮਾਈ ਆ ਜਿਨ੍ਹਾਂ ਨੇ ਇੰਨਾ ਕੁਝ ਸਾਡੇ ਲਈ ਕੀਤਾ ਸੀਗਾ, ਨਹੀਂ ਤਾਂ ਬੂੰਦ ਵੀ ਨਹੀਂ ਰਹਿਣੀ ਸੀ, ਪਾਣੀ ਸਾਰਾ ਚਲ ਜਾਣਾ ਸੀ। ਅੱਜ ਵੀ ਜਿਹੜੇ ਕੇਜਰੀਵਾਲ ਜੀ ਬੈਠੇ ਆ ਜਾਂ ਦੂਜੇ ਬੈਠੇ ਉਹ ਵੀ ਕਹਿਣ ਡਏ ਜਿਹੜਾ ਪਾਣੀ ਆ ਉਹ ਦਿੱਲੀ ਕੋ ਵੀ ਚਾਹੀਏ ਤੇ ਹਰਿਆਣੇ ਕੋ ਵੀ ਚਾਹੀਏ, फ्री में चाहिए। ਬੇਸ਼ੱਕ ਬੰਜਰ ਬਣ ਜਾਏ। ਪੰਜਾਬ ਦੀ ਧਰਤੀ ਸਾਰੇ ਲੋਕ ਹਰ ਇੱਕ ਕੋਈ ਸਰਕਾਰ ਹੋਵੇ ਪੰਜਾਬ ਨੂੰ ਬਰਬਾਦ ਕਰਨ ਤੇ ਆ ਗਈ, ਪੰਜਾਬ ਨੂੰ ਬਿਲਕੁਲ ਖਤਮ ਕਰਨ ਤੇ ਆ ਗਈ ਆ। ਪਰ ਇੰਨਾ ਜ਼ਰੂਰ ਆ ਜਿਨ੍ਹਾਂ ਸਾਰੇ ਬੈਠੇ ਆ ਜਿਨ੍ਹਾਂ ਦੇ ਅਣਖ ਜਾਗਦੀ ਆ, ਥੋੜ੍ਹਾ ਬਹੁਤਾ ਪਰਮਾਤਮਾ ਨੇ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਅਣਖ ਰੱਖੀ ਉਹਨਾਂ 'ਚ, ਉਹ ਸੰਘਰਸ਼ ਲੜਦੇ ਆ। ਅਸੀਂ ਲੜਦੇ ਆਏ ਆ, ਲੜਦੇ ਜਾਵਾਂਗੇ। ਅੱਜ ਵੀ ਐਸੀ ਸਾਹਿਬ ਨੂੰ ਕਿਹਾ ਜੇ 6 ਘੰਟੇ ਕਰੂੰਗੇ ਤਾਂ ਜਾਣਾ, ਨਹੀਂ ਤਾਂ ਅਸੀਂ ਇੱਥੇ ਬੈਠੇ ਆ, ਸਮਾਨ ਅਸੀਂ ਚੱਕ ਲਿਆਉਣਾ, ਫਿੱਟ ਕਰ ਦੇਣਾ ਤੇ ਅਸੀਂ ਤੁਹਾਡੇ ਮੋਹਰੇ ਬੈਠੇ ਆ। ਪ੍ਰਸ਼ਾਦੇ ਇੱਥੇ ਤਿਆਰ ਹੋਣਗੇ ਮੈਨੂੰ ਲੱਗਦਾ ਫਿਰ ਜੀ। ਤੇ ਜੀ ਗੁਰਨਾਮ ਸਿੰਘ ਸਿੰਗੜੀਵਾਲ ਜੀ ਵੀ ਹੈਗੇ ਨੇ, ਥੋੜ੍ਹੀ ਜਿਹੀ ਗੱਲ ਆਪਾਂ ਉਹਨਾਂ ਨਾਲ ਵੀ ਕਰ ਲੈਂਦੇ ਹਾਂ। ਗੁਰਨਾਮ ਸਿੰਘ ਸਿੰਗੜੀਵਾਲ ਜੀ, ਸੋ ਸਿੰਗੜੀਵਾਲ ਜੀ ਕਹਿੰਦੇ ਸੀ ਵੀ ਬਦਲਾਵ ਆਊਂਗਾ ਤੇ ਤੁਹਾਨੂੰ ਲੱਗਦਾ ਕਿ ਕੋਈ ਬਦਲਾਵ ਹੈ ਆ? ਮੈਨੂੰ ਤਾਂ ਕਈ ਵਾਰ ਇਹ ਲੱਗਦਾ ਹੈਗਾ ਵੀ ਬਦਲਾਵ ਜਿੱਦਾਂ ਪਹਿਲਾਂ ਸੀ ਕਾਂਗਰਸ ਸੀਗੀ, ਉਦੋਂ ਪਹਿਲਾਂ ਕਦੀ ਅਕਾਲੀ ਆ ਗਏ, ਅਕਾਲੀ ਗਏ, ਕਾਂਗਰਸ ਵਾਲੇ ਆ ਗਏ, ਹੁਣ ਆਮ ਆਦਮੀ ਪਾਰਟੀ। ਬਦਲਾਵ ਜੇ ਆਇਆ ਤਾਂ ਕੇਵਲ ਆਹੀ ਆਇਆ ਵੀ ਨਾ ਬਦਲ ਗਿਆ, ਇਹ ਤੋਂ ਇਲਾਵਾ ਤੁਹਾਨੂੰ ਕੋਈ ਨਜ਼ਰ ਆਉਂਦਾ ਕੋਈ ਹੋਰ ਬਦਲਾਅ? ਹਾਂਜੀ ਭੁਪਿੰਦਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬਿਲਕੁਲ ਦਰੁਸਤ ਫਰਮਾਇਆ। ਜਦੋਂ ਅਸੀਂ ਅੱਜ ਵੀ, ਮੈਂ ਹੁਣ ਸਾਰੇ ਸਾਥੀਆਂ ਨਾਲ ਪਹਿਲਾਂ ਵੀ ਗੱਲ ਕਰਦਾ ਹਟਿਆ ਕਿ ਆਨੰਦਪੁਰ ਦਾ ਮਤਾ ਅੱਜ ਵੀ ਜਿਹੜਾ ਉਹ ਖੋਲ੍ਹ ਕੇ ਦੇਖ ਲਿਆ ਜਾਵੇ ਤੇ ਉਹ ਮਤਾ ਨੰਬਰ 2, 3, 2 ਤੇ ਔਰ 5 ਮੈਂ ਇਹਨਾਂ ਨੂੰ ਔਰ ਹੋਰ ਖਾਸ ਮਤੇ ਜਿਹੜੇ ਆ ਉਹ ਮੈਂ ਇਹਨਾਂ ਨੂੰ ਦੱਸਿਆ ਕਿ ਵੀ ਉਹ ਸਾਨੂੰ ਅੱਜ ਵੀ ਦੇਖੀਏ ਅਸੀਂ ਉਹਨਾਂ ਨੂੰ ਧਿਆਨ ਨਾਲ ਬਚ ਕੇ। ਖਾਸ ਤੌਰ ਤੇ 2 ਨੰਬਰ ਔਰ 5 ਨੰਬਰ ਦਾ ਜਿਹੜਾ ਮਤਾ ਆ ਉਹ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਰਾਇਪੇਰੀਅਨ ਐਕਟ ਆ, ਕਾਨੂੰਨ ਆ, ਉਹਦੇ ਤਹਿਤ ਜਿਹੜਾ ਸਾਡਾ ਦਰਿਆਵਾਂ ਦੀ ਜਿਹੜੀ ਮਾਲਕੀ ਆ ਉਹ ਪੰਜਾਬ ਦੀ ਹੋਣੀ ਆ ਤੇ ਭਾਖੜੇ ਉੱਤੇ ਸਾਡੀ ਜਿਹੜੀ ਮਾਲਕੀ ਪੰਜਾਬ ਦੀ ਹੋਣੀ ਆ। ਤੇ ਜਿੰਨੇ ਅੱਜ ਤੱਕ ਪੰਜਾਬ ਦੇ ਜਿਹੜੇ ਉਹ ਦੱਲੇ ਜਿਹੜੇ ਆ ਮੈਂ ਕਹੂੰਗਾ ਮੁੱਖ ਮੰਤਰੀ ਬਣੇ ਆ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੁਣੀ ਬਣੇ ਆ, ਚਾਹੇ ਬਾਦਲ ਬਣਿਆ ਆ, ਚਾਹੇ ਉਹ ਤੋਂ ਪਹਿਲਾਂ ਵੀ ਰਹੇ ਆ, ਤੇ ਚਾਹੇ ਅੱਜ ਭਗਵੰਤ ਮਾਨ ਆ, ਇਹ ਸਾਰੇ ਦਿੱਲੀ ਦੀ ਪੁਸ਼ਤ ਪਨਾਹੀ ਕਰਦੇ ਆ। ਪੰਜਾਬ ਦੇ ਲੋਕਾਂ ਦੀ ਸਿਰਫ ਹੱਕਾਂ ਹਿੱਤਾਂ ਦੀ ਸਿਰਫ ਇਹ ਇਲੈਕਸ਼ਨਾਂ ਤੋਂ ਪਹਿਲਾਂ ਗੱਲ ਕਰਦੇ ਆ, ਮੁੜ ਕੇ ਸਭ ਕੁਝ ਭੁੱਲ ਜਾਂਦੇ ਆ। ਤੇ ਅੱਜ ਵੀ ਜਿਹੜਾ ਪੰਜਾਬ ਦੇ ਜਿਹੜੇ ਹੱਕ ਹਕੂਕ ਆ, ਜਿਹੜਾ ਤੁਸੀਂ ਕਹੀ ਗੱਲ ਨਹਿਰੀ ਪਾਣੀ ਦੀ ਗੱਲ ਵਾ, ਅਗਰ ਅਸੀਂ ਸਾਡੇ ਜਿਹੜੇ ਹੱਕ ਜਿਹੜੇ ਆ ਪੰਜਾਬ ਦੇ ਉਹ ਬਹਾਲ ਹੋ ਜਾਣ, ਸਾਨੂੰ ਦਰਿਆਵਾਂ ਦੇ ਉੱਤੇ ਪੰਜਾਬ ਦਾ ਕੰਟਰੋਲ ਹੋ ਜਾਵੇ, ਬਿਆਸ ਦੇ ਉੱਤੇ, ਸਤਲੁਜ ਦੇ ਉੱਤੇ, ਤੇ ਸਾਡੀਆਂ ਤਾਂ ਲਹਿਰਾਂ ਬਹਿਰਾਂ ਹੋ ਜਾਣੀਆਂ। ਹਾਂਜੀ, ਤੇ ਬਿਜਲੀ ਵੀ ਉਤੋਂ ਜਿਹੜੀ ਪੈਦਾ ਹੋਣੀ ਆ। ਜੋਗਿੰਦਰ ਨਗਰ ਡੈਮ ਜਿਹੜਾ ਆ ਉੱਥੋਂ ਜਿਹੜੇ ਆ ਪੰਜਾਬ ਨੇ ਖਰਚਾ ਕੀਤਾ ਆ, ਉਹ ਤੋਂ ਪੰਜਾਬ ਨੂੰ ਬਿਜਲੀ ਮਿਲਦੀ ਆ। ਭਾਖੜੇ ਤੋਂ ਜਿਹੜੀ ਬਿਜਲੀ ਬਹੁਤ ਥੋੜ੍ਹਾ ਜਿਹਾ ਹਿੱਸਾ ਭਾਖੜੇ ਦੇ ਵਿੱਚੋਂ ਮਿਲਦਾ ਆ। ਇਸ ਤਰੀਕੇ ਨਾਲ ਪਾਣੀ ਦਾ ਵੀ ਇਹੋ ਹੀ ਹਾਲ ਆ। ਪਾਣੀ ਬਿਲਕੁਲ ਇਹ ਸਾਡੀਆਂ ਮਜਬੂਰੀਆਂ ਆ, ਕਿਉਂਕਿ ਹਕੂਮਤਾਂ ਸਾਡਾ ਲੋਕਾਂ ਦਾ ਸਾਥ ਨਹੀਂ ਦਿੰਦੀਆਂ। ਇਸ ਕਾਰਨ ਜਿਹੜੀ ਸਾਡੀ ਸਥਿਤੀ ਆ, ਸਾਡੀਆਂ ਫਸਲਾਂ ਜਿਹੜੀਆਂ ਰੁਲ ਰਹੀਆਂ ਆ, ਜਿਹੜੀਆਂ ਅਸੀਂ ਫਸਲਾਂ ਸਾਡਾ ਜਿਹੜਾ ਹੁਣ ਕੰਢੀ ਦਾ ਇਲਾਕਾ ਜਿਹੜਾ ਇਹੋ ਪੈ ਜਾਂਦਾ ਆ। ਸਾਡੇ ਇੱਥੇ ਲੋਕ ਜਿਹੜੇ ਆ ਕਿਉਂਕਿ ਜ਼ਮੀਨਾਂ ਘੱਟ ਹੋਣ ਕਾਰਨ ਜਿਹੜੀਆਂ ਫਸਲਾਂ ਜਿਹੜੀਆਂ ਆ ਉਹ ਸਬਜ਼ੀਆਂ ਵਗੈਰਾ ਉਹ ਲਾਉਂਦੇ ਆ, ਤੇ ਉਹਦੇ ਕਾਰਨ ਸਾਨੂੰ ਅੱਜ ਜਿਹੜੀ ਬਿਜਲੀ ਦੀ ਜਿਹੜੀ ਖਾਸ ਤੌਰ ਤੇ ਮੀਂਹ ਨਾ ਪੈਣ ਕਾਰਨ ਜਿਹੜੀ ਆ ਉਹ ਹੋਰ ਵੀ ਸਖਤ ਜਿਹੜੀ ਜ਼ਰੂਰਤ ਜਿਹੜੀ ਉਹ ਬਣੀ ਹੋਈ ਆ। ਤੇ ਉਹਦੇ ਕਾਰਨ ਜਿਹੜੀ ਆ ਤੁਹਾਨੂੰ ਗੁਰਦੀਪ ਸਿੰਘ ਭਾਜੀ ਨੇ ਦੱਸ ਦਿੱਤਾ ਕਿੱਦਾਂ ਵੀ ਕੀ ਪੋਜੀਸ਼ਨ ਸੀ। ਸਾਨੂੰ ਪਹਿਲਾਂ 6 ਘੰਟੇ
ਕਹਿ ਕੇ 5 ਕਰਤੀ, 5 ਤੋਂ 4 ਕਰਤੀ, ਹੁਣ 4 ਤੋਂ 3 ਕਰਤੀ। 3 ਵੀ ਜਿਹੜੀ ਘੰਟੇ ਆ ਕਦੀ ਕਿਸੇ ਪਾਸਿਓਂ ਜਿਹੜੀ ਉਹ ਬ੍ਰੇਕ ਹੁੰਦੀ ਆ ਤੇ ਕਦੀ ਕਿਸੇ ਪਾਸਿਓਂ ਬ੍ਰੇਕ ਹੁੰਦੀ ਆ। ਬਿਲਕੁਲ ਜਿਹੜੀ ਉਹ ਨਹੀਂ, ਜਿਹੜੀ ਲਾਈਨ ਜੇ ਮੰਨ ਲਓ ਇੱਕ ਸਾਈਡ ਚੱਲ ਵੀ ਰਿਹਾ, ਫੀਡਰ ਇੱਕ ਚੱਲ ਵੀ ਰਿਹਾ, ਉਹ ਅੱਧਾ ਫੀਡਰ ਤੇ ਅੱਧੇ ਪਾਸੇ ਬੰਦ ਹੁੰਦੀ ਲਾਈਟ ਤੇ ਅੱਧਾ ਫੀਡਰ ਜਿਹੜਾ ਉਹ ਚੱਲਦਾ ਹੁੰਦਾ ਆ। ਕਿਉਂਕਿ ਉੱਥੇ ਕਿਸੇ ਨਾ ਕਿਤੇ, ਕਿਉਂਕਿ ਉਹ ਅਸੀਂ ਇਹਨਾਂ ਦੀ ਵੀ ਮਜਬੂਰੀ ਸਮਝਦੇ ਆ, ਉਹ ਸਰਕਾਰਾਂ ਦੀਆਂ ਨਲਾਇਕੀਆਂ ਆ, ਕਿਉਂਕਿ ਇਹਨਾਂ ਕੋਲ ਮੁਲਾਜ਼ਮ ਦੀ ਜਿਹੜੀ ਬਹੁਤ ਘਾਟ ਵਾ। ਮੁਲਾਜ਼ਮ ਦੀ ਘਾਟ ਹੋਣ ਕਾਰਨ ਜਿਹੜੀ ਆ ਉਹ ਕੰਪਲੇਂਟ ਜਿਹੜੀ ਆ ਸਮੇਂ ਸਿਰ ਜਿਹੜੀ ਉਹਦਾ ਹੱਲ ਨਹੀਂ ਹੁੰਦਾ। ਉਹਦੇ ਲਈ ਅਸੀਂ ਉਹਨਾਂ ਨੂੰ ਬੜਾ ਦੋਸ਼ੀ ਨਹੀਂ ਮੰਨਦੇ, ਲੇਕਿਨ ਉਹਦੇ ਲਈ ਵੀ ਅਸੀਂ ਹਮੇਸ਼ਾ ਗੁਰਦੀਪ ਭਾਜੀ ਹੁਣੀ ਆਪਣੇ ਇਲਾਕੇ 'ਚ, ਅਸੀਂ ਆਪਣੇ ਇਲਾਕੇ 'ਚ ਸਾਡੇ ਵਾਲੇ ਪਾਸੇ ਸਾਡਾ ਪੈ ਜਾਂਦਾ ਆ ਚੱਕ ਗੁਜਰਾਂ ਫੀਡਰ, ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਬਹੁਤ ਕੋਆਪਰੇਟ ਕੀਤਾ ਵੀ ਸਾਨੂੰ ਦੱਸੋ ਵੀ ਕਿੱਥੇ ਜਿਹੜੀ ਆ ਦਰਖਤਾਂ ਦੀ ਜਿਹੜੀ ਆ ਕਟਾਈ ਹੋਣੇ ਵਾਲੀ ਆ, ਕਿੱਥੇ ਜਿਹੜੀ ਹੋਰ ਜਿਹੜੀ ਸਦਾਈ ਜਿਹੜੀ ਹੋਣੇ ਵਾਲੀ ਆ, ਅਸੀਂ ਤੁਹਾਨੂੰ ਆਪਣੇ ਮਤਲਬ ਨਾਲ ਆਪਾਂ ਲਾ ਕੇ ਆਪਣੇ ਸਾਰੇ ਇਕੱਠੇ ਹੋ ਕੇ ਅਸੀਂ ਉਹ ਸਾਰਾ ਆਪਾਂ ਕਰਾਵਾਂਗੇ। ਟਾਈਮ ਟੂ ਟਾਈਮ ਅਸੀਂ ਉਹਦੀ ਸਫਾਈ ਜਿਹੜੀ ਆ ਉਹ ਗੁਰਦੀਪ ਭਾਜੀ ਹੁਣੀ ਵੀ ਉੱਧਰ, ਰਣਧੀਰ ਸਿੰਘ ਹੁਣੀ ਵੀ ਇਹ ਸਾਰੇ, ਲਾਲੀ ਭਾਜੀ ਹੁਣੀ ਇਹ ਸਾਰੇ ਉੱਧਰ ਕਰਵਾਉਂਦੇ ਰਹਿੰਦੇ ਆਪਣੇ ਇਲਾਕੇ ਦੇ ਵਿੱਚ, ਤੇ ਅਸੀਂ ਤਾਂ ਫਿਰ ਵੀ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਆ। ਲੇਕਿਨ ਜਿਹੜੀ ਇਹ ਸਰਕਾਰਾਂ ਦੀ ਜਿਹੜੀ ਇਹ ਮਤਲਬ ਪਾਲਿਸੀ ਆ, ਇਹ ਸਾਰੀ ਉਹੀ ਦੋਸ਼ੀ ਆ। ਤੇ ਭਗਵੰਤ ਮਾਨ ਜਿਹੜਾ ਆ, ਆਮ ਤੌਰ ਤੇ ਸਰਕਾਰਾਂ ਦੀ ਜਿਹੜੀ ਕੋਈ ਕਾਰਗੁਜ਼ਾਰੀ ਸਹੀ ਹੁੰਦੀ ਉਹ ਸਾਲ ਤੋਂ ਬਾਅਦ ਜਿਹੜੀ ਸਹੀ ਮਿਹਨਤ 'ਚ ਲੋਕ ਜਿਹੜੇ ਦੇਖਣਾ ਸ਼ੁਰੂ ਕਰਦੇ ਆ ਵੀ ਨਹੀਂ ਸਾਲ ਕੁ ਤਾਂ ਇਹਨਾਂ ਨੂੰ ਦਿਓ। ਲੇਕਿਨ ਪਿਛਲੇ ਆਹ 2-2.5 ਮਹੀਨੇ ਦੇ ਵਿੱਚ ਵੀ ਇਹਨਾਂ ਨੇ ਇੱਦਾਂ ਦੀਆਂ ਪਾਲਿਸੀਆਂ ਬਣਾਈਆਂ, ਬਿਲਕੁਲ ਬੇਹੁਦਾ ਇਹਨਾਂ ਦੇ ਜਿਹੜੇ ਮਤਲਬ ਇਹਨਾਂ ਦੇ ਜਿਹੜੀਆਂ ਨੀਤੀਆਂ ਆ, ਉਹਦੇ ਨਾਲ ਇਹਨਾਂ ਨੂੰ ਖੁਦ ਵੀ ਬਾਅਦ ਵਿੱਚ ਇਹਨਾਂ ਦੀ ਜਿਹੜੀ ਸਥਿਤੀ ਆ ਉਹ ਹਾਸੋਹੀਣੀ ਬਣ ਜਾਂਦੀ ਹਰ ਫੀਲਡ ਦੇ ਵਿੱਚ। ਬੇਸ਼ੱਕ ਉਹ ਨਸ਼ਿਆਂ ਵਾਲੀ ਗੱਲ ਹੋਵੇ, ਇੱਕ ਪਾਸੇ ਨਸ਼ਿਆਂ ਦੇ ਢਡੋਰੇ ਪਿੱਟ ਨਸ਼ੇ ਜੀ ਖਤਮ ਕਰਤੇ, ਤੇ ਦੂਏ ਦਿਨ ਜਿਹੜੇ ਲੱਖਾਂ ਕਰੋੜਾਂ ਦੀ ਜਿਹੜੀ ਹੀਰੋਇਨ ਸਮੈਕ ਜਿਹੜੀ ਫੜੀ ਜਾਂਦੀ ਆ। ਇਸੇ ਤਰੀਕੇ ਦੇ ਨਾਲ ਉਹ ਮਾਈਨਿੰਗ ਦੀ ਗੱਲ ਕਰਦੇ ਆ, ਤੇ ਉਹ ਮਾਈਨਿੰਗ ਜਿਹੜੀ ਆ ਉਹ ਤੁਹਾਡੇ ਵਰਗੇ ਪੱਤਰਕਾਰ ਸੂਝਵਾਨ ਜਿਹੜੇ ਹੈਗੇ ਆ, ਉਹ ਇਹਨਾਂ ਦੇ ਪੋਲ ਜਿਹੜੀ ਆ ਉਹ ਖੋਲ ਦਿੰਦੇ ਆ, ਤੇ ਹਰ ਰੋਜ਼ ਹੋ ਰਹੀ ਆ। ਮਾਈਨਿੰਗ ਵਾਸਤੇ ਨਹੀਂ ਲਾਇਆ ਬੈਂਸ ਜਿਹੜਾ ਆਨੰਦਪੁਰ ਸਾਈਡ ਦਾ ਆ MLA, ਉਹ ਮਿਨਿਸਟਰ ਲਾਇਆ, ਤੇ ਉਹਦੇ ਇਲਾਕੇ ਦੇ ਵਿੱਚ ਧੜੱਲੇ ਦੇ ਨਾਲ ਜਿਹੜੀ ਆ ਉਹ ਲੋਕ ਦਿਖਾ ਰਹੇ ਆ ਕਿਵੇਂ ਮਾਈਨਿੰਗ ਜਿਹੜੀ ਹੋ ਰਹੀ ਆ। ਕਹਿਣ ਤੋਂ ਭਾਵ ਵੀ ਹਰ ਫੀਲਡ ਦੇ ਵਿੱਚ ਉਹ ਲਿਫਾਫੇਬਾਜ਼ੀ ਹੋ ਰਹੀ ਆ, ਕਿੱਡਾ ਹਾਸੋਹੀਣਾ। ਤੇ ਆ ਹੁਣ ਕੱਲ ਇਹਨਾਂ ਦੇ ਇੱਕ MLA ਨੇ ਸਟੇਟਮੈਂਟ ਦਿੱਤੀ, ਜਥੇਦਾਰ ਜਿਹੜਾ ਉਹ ਧਾਰਮਿਕ ਬੰਦਾ, ਉਹਨੇ ਪ੍ਰਚਾਰ ਕਰਨਾ, ਉਹਨੂੰ ਕਾਹਦੀ ਸਿਕਿਉਰਿਟੀ। ਹਾਲਾਂਕਿ ਸਾਡੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਕਹਿ ਵੀ ਤਾਂ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ, ਮੈਨੂੰ ਮੇਰੇ ਕੌਮ ਦੇ ਨੌਜਵਾਨ ਸਾਡੀ ਸਿਕਿਉਰਿਟੀ ਕਰਨਗੇ। ਲੇਕਿਨ ਸਰਕਾਰ ਤਾਂ ਮਿੰਨਤਾਂ ਕਰ ਰਹੀ ਹੈ ਜਥੇਦਾਰ ਉਹਨਾਂ ਦੀ ਵੀ ਨਹੀਂ ਆਪਣੀ ਬਹਾਲ ਕਰਦੀ ਦੇ ਰਹੀ ਹੈ ਦੁਬਾਰਾ। ਪਹਿਲਾਂ ਉਹਨੂੰ ਪ੍ਰਾਪਤੀ ਵਿੱਚ ਗਿਣਾਇਆ ਜਾ ਰਿਹਾ ਸੀ, ਜਿਲੇ ਹੁਣ ਸਿੱਧੂ ਮੂਸੇਵਾਲਾ ਜਿਹੜਾ ਸਾਡਾ ਨੌਜਵਾਨ ਮੁੰਡਾ ਹੋਣਹਾਰ ਮੁੰਡੇ ਦਾ ਜਿਲੇ ਕਤਲ ਹੋ ਗਿਆ, ਉਸ ਤੋਂ ਬਾਅਦ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹ ਆ। ਤੇ ਇਹ ਮੁੜ ਕੇ ਹੁਣ ਉਹਨਾਂ ਲੋਕਾਂ ਦੀ ਜਿਹੜੀ ਸੁਰੱਖਿਆ ਜਿਹੜੀ ਬਹਾਲ ਕਰਨ ਦੀਆਂ ਜਿਹੜੀਆਂ ਡਿੰਗਾ ਮਾਰ ਰਹੇ ਆ। ਮਤਲਬ ਕਹਿਣ ਤੋਂ ਹਰ ਇੱਕ ਫੈਸਲੇ ਦੇ ਉੱਤੇ ਇਹਨਾਂ ਨੂੰ ਜਿਹੜੇ ਆ ਥੁੱਕ ਕੇ ਆਪਣਾ ਚੱਟਣਾ ਪੈ ਰਿਹਾ। ਇਹਨਾਂ ਦੀ ਸਥਿਤੀ ਇੰਨੀ ਹਾਸੋਹੀਣੀ ਆ। ਬਿਲਕੁਲ ਇਹ ਕਹਿੰਦੇ ਅਸੀਂ ਪੜ੍ਹੇ ਲਿਖੇ ਦਿੱਤੇ ਸੀ ਆਪਣੇ ਕੈਂਡੀਡੇਟ, ਇਹ ਅਨਪੜ੍ਹਾਂ ਨੂੰ ਵੀ ਜਿਹੜੇ ਭੈੜੇ ਇਹਨਾਂ ਨਾਲੋਂ ਜੇ ਸਾਡੇ ਅਨਪੜ੍ਹ ਲੋਕ ਵੀ ਉਹ ਵੀ ਸਹੀ ਤਰੀਕੇ ਨਾਲ ਸਾਨੂੰ ਪਤਾ ਆ, ਕਿਉਂਕਿ ਉਹਨਾਂ ਦਾ ਤਜਰਬਾ ਸਾਡੇ ਲੋਕਾਂ ਦਾ, ਬਹੁਤੇ ਸਾਡੇ ਕਿਸਾਨ ਵੀਰ ਜਿਹੜੇ ਉਹ ਘੱਟ ਪੜ੍ਹੇ ਲਿਖੇ, ਲੇਕਿਨ ਉਹਨਾਂ ਦਾ ਤਜਰਬਾ ਐਡਾ ਵੱਡਾ ਆ ਕਿ ਵੀ ਸਾਨੂੰ ਵੀ ਕਈ ਵਾਰੀ ਉਹਨਾਂ ਤੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਿੱਖਣ ਨੂੰ ਮਿਲਦੀਆਂ। ਲੇਕਿਨ ਇਹ ਤਾਂ ਉਹ ਵੀ ਨਹੀਂ ਕਰ ਸਕਦੇ ਕਿਸੇ ਤੋਂ ਸਿੱਖ ਵੀ ਲੈਣ। ਬਾਕੀ ਪੜ੍ਹੇ ਲਿਖਿਆਂ ਤੇ ਘੱਟ ਪੜ੍ਹੇ ਲਿਖਿਆਂ ਦੀ ਗੱਲ ਵੀਰ ਹੋਰਾਂ ਨੇ ਕੀਤੀ ਆ। ਮੈਂ ਇੱਕ ਗੱਲ ਆਪਣੇ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਸ਼ਾਇਦ ਕਈਆਂ ਨੂੰ ਇਹ ਲੱਗਦਾ ਹੋਊਗਾ ਕਿ ਯਾਰ ਛੋਟਾ ਜਿਹਾ ਮਸਲਾ ਤੇ ਗੱਲਾਂ ਬਹੁਤ ਵੱਡੀਆਂ ਹੋਣ ਲੱਗ ਪਈਆਂ, ਕਿਉਂਕਿ ਜਿਹੜੀ ਹੁਣ ਮੈਂ ਗੱਲ ਕਰਨ ਜਾ ਰਿਹਾ ਵੀਰ ਹੋਰਾਂ ਦੇ ਨਾਲ, ਸਿੰਗਰੀਵਾਲਾ ਜੀ ਦੇ ਨਾਲ, ਉਹ ਕਿਤੇ ਜ਼ਿਆਦਾ ਵੱਡੀ ਹੈਗੀ ਆ। ਪਰ ਇਹ ਜਿਹੜਾ ਛੋਟਾ ਮਸਲਾ ਲੱਗਦਾ ਨਾ ਅੱਜ ਕਈਆਂ ਨੂੰ ਵੀ ਬਿਜਲੀ ਦਾ ਮਸਲਾ, ਯਾਰ ਵੀ ਗੱਲਾਂ ਕਿੱਦਾਂ ਦੀਆਂ ਲੱਪਿਆ ਕਰਨਾ, SYL ਨਹਿਰ ਦੀ ਗੱਲ ਹੋ ਗਈ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੋ ਗਈ। ਮੈਂ ਧਿਆਨ ਉੱਥੇ ਲੈ ਕੇ ਜਾਣਾ ਚਾਹੁੰਦਾ ਹੈਗਾ ਕਿ ਆ ਜਿਹੜਾ ਛੋਟਾ ਮਸਲਾ ਹੈ ਨਾ, ਜਿਹੜਾ ਅੱਜ ਆਹ ਬਹੁਤ ਸਾਰੇ ਮਸਲਿਆਂ ਦੇ ਵਿੱਚੋਂ ਇੱਕ ਇਹ ਮਸਲਾ ਹੈਗਾ, ਇਹਦੀਆਂ ਤਾਰਾਂ ਉੱਥੇ ਜਾ ਕੇ ਜੁੜਦੀਆਂ ਆ ਜਦੋਂ ਜੂਨ 84 ਦੇ ਵਿੱਚ ਜਦੋਂ ਸਿੱਖਾਂ ਦੇ ਮੁਕੱਦਸ ਸਥਾਨ ਦੇ ਉੱਪਰ ਟੈਂਕਾਂ ਦੇ ਤੋਪਾਂ ਦੇ ਨਾਲ ਭਾਰਤ ਦੀ ਫੌਜ ਨੇ ਹਮਲਾ ਕੀਤਾ ਸੀਗਾ। ਸੋ ਇਹ ਜਿਹੜਾ ਮਸਲਾ ਅੱਜ ਹੈਗਾ ਨਾ, ਇਹ ਇੱਕ ਮਸਲਾ ਸੀਗਾ। ਇਦਾਂ ਦੇ ਹੀ ਹੋਰ ਬਹੁਤ ਜ਼ਿਆਦਾ ਮਸਲੇ ਸੀਗੇ ਜਿਨ੍ਹਾਂ ਨੂੰ ਲੈ ਕੇ ਸੰਘਰਸ਼ ਉਸ ਵੇਲੇ ਵੀ ਕੀਤਾ ਗਿਆ। ਅੱਜ ਫਿਰ 38ਵਾਂ ਵਰ੍ਹਾ ਕੌਮ ਮਨਾ ਰਹੀ ਆ, 38ਵੀਂ ਯਾਦ ਮਨਾ ਰਹੀ ਆ। ਸੋ ਉਹੀ ਦਿਨ ਚੱਲ ਰਹੇ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਅੱਜ ਫਿਰ ਨੌਜਵਾਨ ਇਸੇ ਤਰੀਕੇ ਦੇ ਨਾਲ ਕਿਸਾਨ ਜਿਹੜੇ ਹੈਗੇ ਨੇ ਉਹ ਦਰੀਆਂ ਲੈ ਕੇ ਪੰਜਾਬ ਦੇ ਲੋਕ ਇੱਦਾਂ ਬੈਠੇ ਹੋਏ ਆ ਆਪਣੀਆਂ ਉਹਨਾਂ ਮੰਗਾਂ ਦੇ ਪ੍ਰਤੀ, ਉਹਨਾਂ ਚੀਜ਼ਾਂ ਨੂੰ ਲੈ ਕੇ। ਸਿੰਗੜੀਵਾਲ ਜੀ, ਜਦੋਂ ਉਹਨਾਂ ਸਮਿਆਂ ਵਿੱਚ ਵੀ 38 ਵਰ੍ਹੇ ਪਹਿਲਾਂ ਵੀ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦਾ ਜ਼ਿਕਰ ਕੀਤਾ, ਨੰਬਰ 2 ਤੇ ਨੰਬਰ 5 ਦਾ ਸ਼ਾਇਦ ਤੁਸੀਂ ਜ਼ਿਕਰ ਕੀਤਾ ਸੀਗਾ, ਉਹਦੇ ਵਿੱਚ ਦਰਿਆਵਾਂ ਦੀ ਗੱਲ ਸੀਗੀ, ਨਹਿਰਾਂ ਦੀ ਗੱਲ ਸੀਗੀ, ਬਿਜਲੀ ਦੀ ਗੱਲ ਸੀਗੀ, ਜਿਹੜੀਆਂ ਪੁਲਿਸ ਨੂੰ ਵੱਧ ਜਿਹੜੀਆਂ ਦਿੱਤੀਆਂ ਗਈਆਂ ਨੇ ਤਾਕਤਾਂ, ਉਹ ਕੰਟਰੋਲ, ਸਾਰਾ ਕੁਝ ਸੀਗਾ ਉਹਦੇ ਵਿੱਚ। ਹੋਰ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਕਿ ਇਕੱਲੇ ਖਾਲਸਾ ਪੰਥ ਦੇ ਨਾਲ ਰਿਲੇਟਡ ਨਾ ਹੋ ਕੇ ਪੰਜਾਬ ਦੇ ਨਾਲ ਰਿਲੇਟਡ ਸੀਗੀਆਂ।
ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਅੱਜ ਦੇ ਦਿਨ ਤੁਸੀਂ ਜ਼ਰੂਰ ਦੱਸੋ ਭਈ ਕਿ ਜਿਹੜੇ ਜਿਨ੍ਹਾਂ ਨੂੰ ਕਈਆਂ ਨੂੰ ਇਹ ਲੱਗਦਾ ਹੋਊਗਾ ਕਿ ਯਾਰ ਉਸ ਵੇਲੇ ਸੰਤ ਭਿੰਡਰਾਂ ਵਾਲਿਆਂ ਨੇ ਮਾਹੌਲ ਖਰਾਬ ਕਰਤਾ ਸੀਗਾ, ਤੁਹਾਨੂੰ ਲੱਗਦਾ ਵੀ ਅੱਜ ਪੰਜਾਬ ਦੇ ਲੋਕਾਂ ਨੂੰ ਤੇ ਦੁਨੀਆ ਭਰ ਵਿੱਚ ਵਸਦੇ ਲੋਕਾਂ ਨੂੰ ਸਮਝ ਆ ਗਈ ਹੋਊਗੀ ਭਈ, ਜਾਂ ਜਿਨ੍ਹਾਂ ਨੂੰ ਨਹੀਂ ਸਮਝ ਆਈ ਤਾਂ ਥੋੜ੍ਹਾ ਜਿਹਾ ਸਮਝਾ ਦਿਓ ਕਿ ਉਹਨਾਂ ਗੱਲਾਂ ਕਰਕੇ ਅੱਜ ਆਪਾਂ ਇੱਥੇ ਬੈਠੇ ਹਾਂ, ਜੇ ਉਹ ਚੀਜ਼ਾਂ ਹੋ ਗਈਆਂ ਹੁੰਦੀਆਂ ਤੇ ਅੱਜ ਇੱਥੇ ਦਰੀਆਂ ਤੇ ਨਾ ਬਹਿਣਾ ਪੈਂਦਾ, ਏਸੀ 'ਚ ਬੈਠੇ ਹੁੰਦੇ ਆਰਾਮ ਨਾਲ ਘਰੇ ਪੱਖੇ ਥੱਲੇ ਤੇ ਤੁਹਾਡੇ ਖੇਤਾਂ ਨੂੰ ਪਾਣੀ ਲੱਗ ਰਿਹਾ ਹੁੰਦਾ ਤੇ ਵਧੀਆ ਫਸਲ ਹੋ ਰਹੀ ਹੁੰਦੀ। ਹਾਂਜੀ ਬਿਲਕੁਲ ਭੁਪਿੰਦਰ ਜੀ, ਤੁਸੀਂ ਸਹੀ ਗੱਲ ਕੀਤੀ ਆ। ਮੈਂ ਇੱਥੇ ਤੁਹਾਡੇ ਨਾਲ ਨਾ 13 ਨੰਬਰ 18 ਮੰਗਾਂ ਸੀ ਟੋਟਲ, ਉਹਨਾਂ ਚੋਂ ਮੈਂ 13 ਨੰਬਰ ਵੀ ਇੱਥੇ ਡਿਸਕਸ ਕਰਕੇ ਹਟਿਆ ਇਹਨਾਂ ਦੇ ਨਾਲ, ਸਾਰੇ ਸਾਥੀਆਂ ਦੇ ਨਾਲ, ਵੀ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗਰੀਬ ਦੁਕਾਨਦਾਰ ਜੋ ਕਿ ਬਹੁਤੇ ਹਿੰਦੂ ਹਨ, ਉਹਨਾਂ ਦੀ ਚੁੰਗੀ ਅਤੇ ਉਹਨਾਂ ਦੁਕਾਨਾਂ ਦਾ ਟੈਕਸ ਮਾਫ ਕੀਤਾ ਜਾਵੇ। ਮਤਲਬ ਇਹਦੇ ਵਿੱਚ ਸਾਰੀਆਂ ਜਿਹੜੀਆਂ ਮੰਗਾਂ ਸੀਗੀਆਂ ਆਨੰਦਪੁਰ ਮਤੇ ਦੇ ਵਿੱਚ, ਉਹ ਪੰਜਾਬ ਦੇ ਹਰ ਵਰਗ ਦੇ ਹਿੱਤ ਦੀਆਂ ਮੰਗਾਂ ਸੀਗੀਆਂ। ਇੱਥੋਂ ਤੱਕ ਕਿ ਜਿਹੜਾ ਅੱਜ ਜਿਸਲੇ ਹਿੰਦੂ ਸਾਡੇ ਜਿਹੜੇ ਭਰਾ ਜਿਹੜੇ ਦੁਕਾਨਦਾਰ ਵਾ, ਹਾਂਜੀ, ਉਹਨਾਂ ਨੂੰ ਅੱਜ ਆਪਣੀ ਰੋਟੀ ਦੇ ਲਾਲੇ ਪਏ ਹੋਏ ਆ, ਕਿਉਂਕਿ ਇੱਥੇ ਵਾਲਮਾਰਟ ਵਰਗੇ ਜਾਂ ਰਿਲਾਇੰਸ ਵਰਗੀਆਂ ਵੱਡੀਆਂ ਕੰਪਨੀਆਂ ਨੇ ਆ ਕੇ ਆਪਣੇ ਸ਼ਾਪਿੰਗ ਮਾਲ ਜਿਹੜੇ ਖੋਲ੍ਹ ਦਿੱਤੇ ਆ, ਤੇ ਛੋਟਾ ਦੁਕਾਨ ਜਿਹੜਾ ਉਹ ਬਿਲਕੁਲ ਉਹਦੀ ਜਿਹੜੀ ਹਾਲਤ ਵਾ ਉਹ ਬਹੁਤ ਕੰਗਾਲੀ ਵਾਲੀ ਬਣੀ ਹੋਈ ਆ, ਔਰ ਰੋਜੀ ਰੋਟੀ ਉਹਦੇ ਵਾਸਤੇ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਵੀ ਰੋਜੀ ਰੋਟੀ ਮੈਂ ਆਪਣੀ ਕਿਵੇਂ ਚਲਾਉਣੀ ਆ। ਤੇ ਉਸ ਵੇਲੇ ਤੁਸੀਂ ਦੇਖੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਕਿੰਨੀ ਦੂਰਅੰਦੇਸ਼ੀ ਸੀਗੀ, ਕਿੰਨੀ ਘੱਟ ਪੜ੍ਹੇ ਸੀਗੇ। ਬਿਲਕੁਲ ਮੈਂ ਪਹਿਲਾਂ ਵੀ ਤੁਹਾਨੂੰ ਮੈਂ ਪਰ ਨਹੀਂ, ਭਿੰਡਰਾਂ ਵਾਲੇ ਸੰਤ ਤਾਂ ਐਕਚੁਅਲੀ ਚਲੋ ਦੁਨਿਆਵੀ ਵਿੱਦਿਆ ਬੇਸ਼ੱਕ ਘੱਟ ਪੜ੍ਹੇ ਸੀਗੇ, ਉਹ ਟਕਸਾਲ ਦੇ ਵਿੱਚ ਜਿਹੜੀ ਟਕਸਾਲ ਦੇ ਵਿੱਚ ਵੀ ਪੜ੍ਹਾਈ ਕਰਾਈ ਜਾਂਦੀ ਉਹ ਪੂਰੀ ਧਰਮ ਦੀ ਵਿੱਦਿਆ, ਰਾਜਨੀਤੀ ਦੀ ਵਿੱਦਿਆ ਉਹ ਟਕਸਾਲ ਤੋਂ ਪੂਰੀ ਡੂੰਘਾਈ ਦੇ ਨਾਲ ਲਈ ਹੋਈ ਸੀਗੀ। ਇਹ ਆਮ ਲੋਕੀ ਦੁਨੀਆ ਜ਼ਰੂਰੀ ਨਹੀਂ ਹੁੰਦਾ ਕਿ ਬਈ ਜਾ ਕੇ ਤੁਸੀਂ ਸਕੂਲਾਂ ਦੇ ਵਿੱਚ ਜਿਹੜੀ ਉਹ ਵੀ ਇੱਕ ਸਕੂਲ ਹੀ ਆ, ਟਕਸਾਲ ਵੀ ਆ, ਉਹਦੇ ਵਿੱਚ ਪੂਰੀ ਪੜ੍ਹਾਈ ਜਿਹੜੀ ਆ ਉਹ ਹਰ ਤਰੀਕੇ ਦੀ ਜਿਹੜੀ ਉਹ ਧਰਮ ਦੀ ਵੀ ਤੇ ਰਾਜਨੀਤੀ ਦੀ ਬੜੀ ਡੂੰਘਾਈ ਦੇ ਨਾਲ ਜਿਹੜੀ ਕਰਵਾਈ ਜਾਂਦੀ ਆ। ਜੀ। ਔਰ ਮੈਂ ਉਹੀ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਇੱਕ ਦੁਨਿਆਵੀ ਵਿੱਦਿਆ ਆ, ਜਿਹੜੇ ਉਹ ਕਹਿੰਦੇ ਵੀ ਅਸੀਂ ਦੁਨਿਆਵੀ ਵਿੱਦਿਆ ਆ, ਸਰਕਾਰ ਨੇ ਵੀ ਕਿਹਾ ਸੀ ਅਸੀਂ ਪੜ੍ਹੇ ਲਿਖੇ ਜਿਹੜੇ ਬੰਦੇ ਹੈਗੇ ਉਹ ਮੂਹਰੇ ਲੈ ਕੇ ਆ ਰਹੇ ਆ। ਹੁਣ ਪੜ੍ਹੇ ਲਿਖੇ ਬੰਦੇ ਜਿਹੜੇ ਹੈਗੇ ਆ ਉਹਨਾਂ ਦੀ ਹਾਜ਼ਰੀ 'ਚ ਪੰਜਾਬ ਦਾ ਮਾਹੌਲ ਇਦਾਂ ਦਾ ਆ, ਚਿੱਟਾ ਵਿਕ ਰਿਹਾ, ਵੀਰ ਹੋਰਾਂ ਨੇ ਜਿਵੇਂ ਆਖਿਆ ਹੈਗਾ। ਉਹਨਾਂ ਸਮਿਆਂ ਵਿੱਚ ਜਿਹੜੇ ਘੱਟ ਪੜ੍ਹੇ ਸੀਗੇ, ਦੁਨਿਆਵੀ ਪੜ੍ਹਾਈ ਜਿਹਨਾਂ ਦੀ ਘੱਟ ਸੀਗੀ, ਜਿਹਨੂੰ ਕਿਹਾ ਜਾਂਦਾ ਕਾਲਾ ਦੌਰ, ਉਸ ਵੇਲੇ ਮੈਨੂੰ ਲੱਗਦਾ ਚਿੱਟਾ ਕੱਖ ਨਹੀਂ ਹੈਗਾ ਸੀਗਾ, ਵਿਕਣ ਹੀ ਨਹੀਂ ਦਿੱਤਾ ਉਹਨਾਂ ਨੇ। ਬਿਲਕੁਲ ਜੀ, ਤੁਸੀਂ ਅੱਜ ਵੀ ਉਹ ਡੀਜੀਪੀ ਸ਼ਸ਼ੀ ਕਾਂਤ ਉਹਨਾਂ ਦੀ ਜਿਹੜੀ ਅੱਜ ਵੀ ਸਟੇਟਮੈਂਟ ਚੱਕ ਕੇ ਦੇ ਸਕਦੇ ਹੋ। ਉਸ ਵੇਲੇ ਉਹ ਸੀਗੇ, ਉਹਲੇ ਵੇਲੇ ਆਈਜੀ ਕਿ ਡੀਆਈਜੀ ਸੀਗੇ ਉਸ ਵੇਲੇ ਉਹ, ਤੇ ਉਹਨਾਂ ਨੇ ਕਿਹਾ ਵੀ ਇੱਕ ਚੁਟਕੀ ਤੱਕਰ ਵੀ ਖਾੜਕੂਆਂ ਨੇ ਜਿਹੜਾ ਆ ਉਹ ਚਿੱਟਾ ਜਿਹੜਾ ਮਤਲਬ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਵਿਕਣ ਨਹੀਂ ਦਿੱਤਾ। ਤੇ ਬਹੁਤ ਇਹ ਸਾਰਾ ਜਿਹੜੀਆਂ ਗੰਭੀਰ ਜਿਹੜੀਆਂ ਗੱਲਾਂ ਆ, ਵਿਚਾਰਾਂ ਆ, ਵੀ ਅੱਜ ਸਾਡੀ ਸਥਿਤੀ ਜਿਹੜੀ ਆ ਮੁੜ ਕੇ ਫਿਰ ਉੱਥੇ ਖੜੀ ਆ। ਜਿਹੜੇ ਸਾਡੇ ਨੁਮਾਇੰਦੇ ਜਿਹੜੇ ਚੁਣ ਕੇ ਜਾਂਦੇ ਆ, ਜਿੰਨੀ ਦੇਰ ਤੱਕ ਇਹ ਦਿੱਲੀ ਦੇ ਥੱਲੇ ਲੱਗੇ ਰਹਿਣਗੇ ਉਨੀ ਤੱਕ ਸਾਡਾ ਕੋਈ ਭਲਾ ਨਹੀਂ ਹੋਣਾ। ਜਿਸਲੇ ਉਹ ਪੰਜਾਬ ਦੇ ਹੱਕਾਂ ਹਕੂਕਾਂ ਦੀ ਮੰਗ ਨੂੰ ਲੈ ਕੇ ਪੰਜਾਬ ਵੱਲ ਉਹਨਾਂ ਦਾ ਮੂੰਹ ਹੋ ਜਾਊਗਾ, ਪੰਜਾਬ ਦੇ ਲੋਕਾਂ ਵੱਲੋਂ, ਨਾਲ ਹੀ ਸਭ ਕੁਝ ਜਿਹੜਾ ਆ ਉਹ ਸਹੀ ਹੋ ਜਾਣਾ ਆ। ਭਗਵੰਤ ਮਾਨ ਵਰਗਾ ਖੁਦਗਰਜ਼ ਤੇ ਘਟੀਆ ਮੈਂ ਇਨਸਾਨ ਨਹੀਂ ਤੁਹਾਨੂੰ ਦੱਸ ਸਕਦਾ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵਧੀਆ ਬੰਦੇ ਪਹਿਲਾਂ ਸ਼ਾਮਲ ਸੀਗੇ, ਡਾਕਟਰ ਧਰਮਵੀਰ ਗਾਂਧੀ ਵਰਗੇ, ਸੁਖਪਾਲ ਸਿੰਘ ਖਹਿਰਾ ਵਰਗੇ, ਜਿਹੜੇ ਹਮੇਸ਼ਾ ਪੰਜਾਬ ਪੱਕੀ ਜਿਹੜੀ ਆ ਉਹ ਗੱਲ ਕਰਦੇ ਰਹਿੰਦੇ ਆ। ਤੇ ਉਹ ਸਾਰੇ ਕੇਜਰੀਵਾਲ ਨੇ ਚੁਣ ਕੇ ਉਸ ਬਾਹਰ ਕੱਢ ਸੱਟੇ, ਲੇਕਿਨ ਭਗਵੰਤ ਮਾਨ ਕੇਜਰੀਵਾਲ ਦੇ ਪੈਰਾਂ ਵਿੱਚ ਉਹ ਡਿੱਗਿਆ ਰਿਹਾ ਤੇ ਉਹਦੀ ਜਿਹੜੀ ਉਹਨੂੰ ਕੀਮਤ ਮਿਲੀ ਆ। ਲੇਕਿਨ ਹੁਣ ਉਹ ਸੱਤਾ ਦਾ ਸੁੱਖ ਦੇ ਵਿੱਚ ਉਹ ਸਭ ਕੁਝ ਪੰਜਾਬ ਦੇ ਮੁੱਦੇ ਭੁੱਲ ਗਿਆ। ਉਹ ਇਲੈਕਸ਼ਨਾਂ ਤੋਂ ਪਹਿਲਾਂ ਕਹਿੰਦਾ ਸੀ ਬੀਬੀ ਖਾਲਾ ਵਰਗੇ ਆਗੂਆਂ ਨੂੰ ਵੀ ਜਿੰਨੀ ਉਹਨਾਂ ਦੀ ਕੁਰਬਾਨੀ ਮਨੁੱਖੀ ਅਧਿਕਾਰਾਂ ਦੇ ਲਈ, ਉਹਨਾਂ ਨੂੰ ਸਾਨੂੰ ਦੂਸਰੇ ਦੇ ਵਿੱਚ ਰਾਜ ਸਭਾ 'ਚ ਭੇਜਣਾ ਚਾਹੀਦਾ, ਸਾਨੂੰ ਉਹਨਾਂ ਨੂੰ ਇਲੈਕਸ਼ਨ ਨਹੀਂ ਲੜਾਉਣੀ ਚਾਹੀਦੀ। ਤੁਸੀਂ ਹੁਣ ਦੇਖਿਆ 7 ਰਾਜ ਸਭਾ ਦੇ ਮੈਂਬਰ ਜਿਹੜੇ ਚੁਣੇ ਗਏ ਆ, ਤੇ ਹੁਣ ਉਹਨਾਂ ਨੂੰ ਬੀਬੀ ਖਾਲੜਾ ਦੇ ਚੇਤੇ ਨਹੀਂ ਆਏ। ਉਹ ਬਿਲਕੁਲ ਕਿਤੇ ਰਾਜ ਸਭਾ 'ਚ ਨਹੀਂ, ਉੱਥੇ ਲੜਨਾ ਪੈਣਾ ਜੀ। ਸੰਗਰੂਰ ਤੋਂ ਇਲੈਕਸ਼ਨ ਇਹ ਕਹਿੰਦੇ ਸੀ ਵੀ ਇਹਨਾਂ ਨੂੰ ਸਿੱਧੇ ਹੀ ਸਾਨੂੰ ਰਾਜ ਸਭਾ 'ਚ ਭੇਜਣਾ ਪੈਂਦਾ। ਰਾਜ ਸਭਾ 'ਚ ਕੋਈ ਇਲੈਕਸ਼ਨ ਨਹੀਂ ਹੁੰਦੀ, ਉਹ ਸਿੱਧੇ ਐਮਐਲਏ ਨੇ ਵੋਟ ਪਾਉਣੀ ਹੁੰਦੀ ਆ, ਉਹ ਬਹੁਤ ਈਜ਼ੀ ਹੁੰਦੀ ਆ। ਜਿਹੜੀ ਸੰਗਰੂਰ ਦੀ ਤਾਂ ਇਹ ਤਾਂ ਬਹੁਤ ਟਫ ਸੋਚ, ਇਹਦਾ ਬੜਾ ਪੈਸਾ ਮੋਟਾ ਹੈ, ਕਰੋੜਾਂ ਰੁਪਈਏ ਤੇ ਲੱਗ ਕੇ ਤਾਂ ਇਹ ਲੜਾਈਆਂ ਲੜੀ ਜਾਂਦੀਆਂ। ਤੇ ਕਹਿਣ ਤੋਂ ਭਾਵ ਆ ਇਹ ਆਪਣੀ ਹਰ ਗੱਲ ਤੋਂ ਜਿਹੜਾ ਮੁੱਕਰ ਰਿਹਾ, ਸਿਰਫ ਆਪਣੀ ਸੱਤਾ ਦਾ ਸੁੱਖ ਮੰਨ ਰਿਹਾ। ਤੇ ਪੰਜਾਬ ਦੇ ਲੋਕਾਂ ਨੂੰ ਸੰਚੇਤ ਹੋ ਕੇ, ਇਕਮੁੱਠ ਹੋ ਕੇ, ਜਿਵੇਂ ਕਿਸਾਨੀ ਸੰਘਰਸ਼ ਨੂੰ ਜਿਵੇਂ ਜਿੱਤਿਆ, ਇਹ ਮੁੜ ਕੇ ਫਿਰ ਸਾਨੂੰ ਉਹੀ ਲੀਹਾਂ ਦੇ ਉੱਤੇ ਤੁਰਨਾ ਪੈਣਾ ਆ। ਤੇ ਆਪਣੀ ਜਿਹੜੀਆਂ ਪਿਛਲੀਆਂ ਜਿਹੜੀਆਂ ਭੁੱਲਾਂ ਜਿਹੜੀਆਂ ਕੀਤੀਆਂ ਆ ਉਹਨਾਂ ਨੂੰ ਸੁਧਾਰਨਾ ਪੈਣਾ, ਤਾਂ ਦੇਖਣਾ ਪੈਣਾ ਕਿੱਥੇ ਸਾਡੇ ਤੋਂ ਗਲਤੀ ਹੋਈ ਆ, ਤੇ ਉਹਨਾਂ ਤੋਂ ਸੁਚੇਤ ਹੁੰਦੇ ਹੋਏ ਭਵਿੱਖ ਵਿੱਚ ਇਕਮੁੱਠ ਹੋ ਕੇ ਜਿਹੜੇ ਆਪਣੇ ਜਿਹੜੇ ਹੱਕ ਹਕੂਕ ਆ ਉਹ ਪੰਜਾਬ ਨੂੰ ਜਿਹੜੀ ਮੁੜ ਉਹ ਖੁਸ਼ਹਾਲੀ ਵਾਲੇ ਪਾਸੇ ਅਸੀਂ ਤਦ ਹੀ ਤੋਰ ਸਕਦੇ ਹਾਂ। ਵਾਕਈ ਖੁਣ ਜੀ ਅਖੀਰ ਦੇ ਵਿੱਚ ਵਾਕਈ ਤੁਸੀਂ ਵੀ ਸਹਿਮਤ ਹੋ ਇਸ ਗੱਲ ਦੇ ਨਾਲ ਕਿ ਹਾਂ ਵੀ ਮਸਲਾ ਇਦਾਂ ਹੀ ਹੱਲ ਹੋਣਾ ਹੈਗਾ ਆ, ਮਸਲਾ ਇਦਾਂ ਹੀ ਹੱਲ ਹੋਣਾ,
ਚਲੋ ਉਹਨਾਂ ਤੋਂ ਪਹਿਲਾਂ ਭਾਈ ਸਾਹਿਬ ਨਾਲ ਥੋੜ੍ਹੀ ਜਿਹੀ ਗੱਲ ਚੱਲਦਾ ਹੋਊਗਾ, ਕੁਛ ਨਾ ਕੁਛ ਤੇ ਮਨ 'ਚ ਚੱਲਦਾ ਹੀ ਹੋਊਗਾ। ਦੇਖੋ ਮੈਨੂੰ ਲੱਗਦਾ ਕਿ ਆਹ ਗੱਲ ਤੇ ਜ਼ਿਆਦਾ ਨਹੀਂ ਤਾਂ ਰਣਧੀਰ ਸਿੰਘ 'ਚ ਚੱਲਦੀ ਹੋਊਗੀ ਚਿੱਤ ਦੇ ਵਿੱਚ ਭਈ ਹੋਰ ਨਹੀਂ ਕੁਛ ਤਾਂ ਯਾਰ ਭਈ ਪੰਜਾਬ ਦੇ ਲੋਕਾਂ ਨੂੰ ਕੁਛ ਕਹਿਣਾ ਚਾਹੂੰਗਾ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਤੇ ਉਹਨਾਂ ਵਰਗੇ ਯੋਧਿਆਂ ਨੂੰ ਚੇਤੇ ਕਰ ਲਓ ਪੰਜਾਬ ਦੇ ਲੋਕੋ, ਹੈ ਨਾ ਭਈ ਸਰਕਾਰ ਨੇ ਤਾਂ ਹਕੂਮਤ ਨੇ ਤਾਂ ਕਹਿ ਦਿੱਤਾ ਸੀ ਵੀ ਉਹ ਅੱਤਵਾਦੀ ਆ, ਪੰਜਾਬ ਦਾ ਮਾਹੌਲ ਖਰਾਬ ਕਰਦੇ ਆ, ਪਰ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਜਿਹੜੀਆਂ ਮੰਗਾਂ ਨੇ 18 ਉਹ ਅੱਜ ਵੀ ਵੇਖੀਆਂ ਜਾ ਸਕਦੀਆਂ ਨੇ। ਉਹ ਸਾਰਾ ਕੁਝ ਪੰਜਾਬ ਦੇ ਹਿੱਤ 'ਚ ਸੀਗਾ, ਕੁਛ ਨਾ ਕੁਛ ਤੇ ਚੱਲਦਾ ਹੀ ਹੋਊਗਾ ਦਿਮਾਗ 'ਚ ਅੱਜ। ਚਲੋ ਜੋ ਸਿੰਗੜੀਵਾਲ ਸਾਹਿਬ ਨੂੰ ਦੱਸ ਕੇ ਹਟੇ ਆ ਬਿਲਕੁਲ ਗੱਲ ਠੀਕ ਹੈ। ਜਿੰਨੀਆਂ ਵੀ ਉਹ ਮੰਗਾਂ 18 ਦੀਆਂ 18 ਜੇ ਉਹ ਰਾਜੀਵ ਲੌਂਗੋਵਾਲ ਸਮਝੌਤੇ 'ਚ ਰੱਖੀਆਂ ਗਈਆਂ ਅਗਰ ਉਹ ਲਾਗੂ ਹੋ ਜਾਂਦੀਆਂ ਤੇ ਪੰਜਾਬ ਦਾ ਭਲਾ ਹੋ ਸਕਦਾ ਸੀ, ਪਰ ਕਿਉਂਕਿ ਉਹਨੂੰ ਇਹ ਲਾਗੂ ਕਰਨੀ ਨਹੀਂ ਚਾਹੁੰਦੀ ਤਾਂ ਸਮਝੌਤਾ ਤਾਂ ਮਜਬੂਰੀ 'ਚੋਂ ਨਿਕਲਿਆ ਸੀ। ਮੁੜ ਕੇ ਇਹਨਾਂ ਨੇ ਸਮਝੌਤਾ ਕਰਕੇ ਲੌਂਗੋਵਾਲ ਹੀ ਮਰਵਾ ਸੁੱਟਿਆ। ਠੀਕ ਹੈ ਜੀ, ਉਹ ਗੱਲ ਜਿਉਂ ਦੀ ਤਿਉਂ ਖੜ ਗਈ। ਮੁੜ ਕੇ ਰਾਜੀਵ ਗਾਂਧੀ ਵੀ ਮਰ ਗਿਆ, ਉਹ ਗੱਲ ਸਾਡੀ ਰੁਲ ਗਈ। ਅੱਜ ਤੇ ਜਿਹੜਾ ਵੀ ਆਇਆ ਸੈਂਟਰ ਦੇ ਵਿੱਚ ਕੋਈ ਸਰਕਾਰ ਵੀ ਆਈ ਆ, ਕਿਸੇ ਨੇ ਵੀ ਪੰਜਾਬ ਦਾ ਭਲਾ ਨਹੀਂ ਸੋਚਿਆ। ਪੰਜਾਬ ਨੂੰ ਹਮੇਸ਼ਾ ਉਹ ਡੀਗਰੇਡ ਹੀ ਥੱਲੇ ਹੀ ਲਾਉਂਦੇ ਰਹੇ ਆ, ਕਿਉਂਕਿ ਪੰਜਾਬ ਉੱਠ ਨਾ ਸਕੇ। ਉਹ ਜ਼ਿਆਦਾ ਇਹ ਚਾਹੁੰਦੇ ਵੀ ਇੱਥੇ ਸਿੱਖ ਗਿਣਤੀ ਹੈ, ਸਿੱਖ ਗਿਣਤੀ ਜਿਹੜੀ ਹੈ ਉਹ ਇਹਨਾਂ ਨੂੰ ਦਬਾ ਕੇ ਰੱਖੋ ਤਾਂ ਕਿ ਆਪਣੇ ਹੱਕਾਂ ਲਈ ਲੜ ਨਾ ਸਕੇ। ਅੱਜ ਦੀ ਗੱਲ ਜੇ ਆਪਾਂ ਲੈ ਲਈਏ, ਕਿਸਾਨਾਂ ਦੀ ਗੱਲ ਹੈ ਜਿਹਦੇ ਲਈ ਅਸੀਂ ਇਕੱਠੇ ਹੋਏ ਹਾਂ, ਇਹ ਕਿੰਨਾ ਕੁ ਵੱਡਾ ਮਸਲਾ ਆ। ਅੱਜ ਜੀ ਐਸਸੀ ਸਾਹਿਬ ਕਹਿੰਦੇ ਆ ਵੀ ਅਸੀਂ 6 ਘੰਟੇ ਜਾਂ 5 ਘੰਟੇ ਕਰਾਉਂਦੇ ਆ, ਜਦੋਂ ਇਹਨਾਂ ਨੇ 3 ਕੀਤੀ ਸੀ 5 ਤੋਂ ਇਹਨਾਂ ਨੂੰ ਉਦੋਂ ਨਹੀਂ ਪਤਾ ਲੱਗਿਆ ਸੀਗਾ ਵੀ 3 ਨਾਲ ਨਹੀਂ ਗੱਲ ਬਣਨੀ। ਪਰ ਨਹੀਂ, ਇਹ ਵੇਖਦੇ ਆ ਵੀ ਲੋਕ ਕੀ ਕਰਦੇ ਆ, ਲੋਕ ਅਵੇਸਲੇ ਹੋ ਗਿਆ, ਲੇਕਿਨ ਉਹ ਲੋਕ ਅਵੇਸਲੇ ਨਹੀਂ ਹੋਏ। ਕੋਈ ਇੱਕਾ ਦੁੱਕਾ ਮੇਰੇ ਵਰਗਾ ਹੋ ਸਕਦਾ, ਅਦਰਵਾਈਜ਼ ਲੋਕ ਔਰ ਜ਼ਿਮੀਂਦਾਰ ਸਾਹਿਬ ਕਿਸਾਨ ਜਾਣਦੇ ਆ, ਸਾਰੇ ਜਾਗਦੇ ਬੈਠੇ ਆ, ਆਪਣੇ ਨੁਕਸਾਨ ਨਫੇ ਦਾ ਸਭ ਨੂੰ ਪਤਾ ਹੈ। ਤੇ ਅੱਜ ਅਸੀਂ ਛੋਟਾ ਜਿਹਾ ਸੁਨੇਹਾ ਰਾਤ ਦਿੱਤਾ ਸੀ, ਛੋਟੇ ਜਿਹੇ ਸੁਨੇਹੇ ਦੇ ਟੈਲੀਫੋਨ 'ਤੇ ਇੰਨੇ ਕੁ 100-150 ਬੰਦਾ ਅਸੀਂ ਕਰ ਸਕੇ ਹਾਂ। ਅਤੇ ਜੇ ਇਹਨਾਂ ਨੇ ਸਾਡੀ ਗੱਲ ਅੱਜ ਵੀ ਨਾ ਮੰਨੀ ਤੇ ਫਿਰ ਸਾਨੂੰ ਇਹ ਤੋਂ ਵੱਡਾ ਸੰਘਰਸ਼ ਅਸੀਂ ਦੱਸਦਾ ਵੀ ਲੜਾਂਗੇ, ਲਿਖ ਕੇ ਵੀ ਦੇ ਰਹੇ ਹਾਂ। ਅਤੇ ਫਿਰ ਅਸੀਂ ਲੜਾਂਗੇ, ਚਾਹੇ ਸਾਨੂੰ ਮੰਤਰੀ ਦੀ ਲੜਾਈ ਦੇਣੀ ਪਵੇ, ਚਾਹੇ DC ਸਾਹਿਬ ਦੀ ਦੇਣੀ ਪਵੇ, ਇਸ ਤੋਂ ਵੱਡਾ ਸੰਘਰਸ਼ ਕਰਾਂਗੇ ਜੇ ਅੱਜ 6 ਘੰਟੇ ਬਿਜਲੀ ਨਹੀਂ ਕਰਦੇ ਤਾਂ। ਜ਼ਰੂਰ, ਮੈਨੂੰ ਲੱਗਦਾ ਕਿ ਭਾਈ ਸਾਹਿਬ ਦਾ ਵੀ ਕਹਿਣਾ ਹੈਗਾ ਕਿ ਇੱਥੇ ਫਿਰ ਲੰਗਰ ਪ੍ਰਸ਼ਾਦ ਇੱਥੇ ਹੀ ਚੱਲਣਗੇ ਪੱਕੇ ਹੀ। ਫਿਰ ਇੱਧਰ ਭਾਈ ਸਾਹਿਬ ਜੀ ਹੈਗੇ ਨੇ, ਉਹਨਾਂ ਨਾਲ ਵੀ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ। ਭਾਈ ਸਾਹਿਬ ਜੀ ਕਹਿੰਦੇ ਬਦਲਾਵ ਆਊਗਾ ਅਤੇ ਪਹਿਲੀਆਂ ਹਕੂਮਤਾਂ ਵੇਲੇ ਵੀ ਅਤੇ ਹੁਣ ਦੀ ਹਕੂਮਤ ਵੇਲੇ ਵੀ ਬਦਲਾਵ। ਮੇਰੇ ਦਿਮਾਗ 'ਚ ਨਾ ਕਈ ਕਹਿੰਦੇ ਆ ਕਿ ਪੁਰਾਣਾ ਮਾਹੌਲ ਸਿਰਜ ਦਿਆਂਗੇ, ਪੁਰਾਣਾ ਪੰਜਾਬ ਆ ਜਾਊਗਾ। ਇੱਕ ਵਾਰ ਮਾੜਾ ਜਿਹਾ ਉੱਪਰ ਦਰਖਤ ਦਿਖਾ ਦਿਓ ਜੀ ਇੱਥੇ ਬਹਿ ਕੇ। ਮੈਨੂੰ ਲੱਗਦਾ ਕਿ ਉਹਨਾਂ ਦੇ ਹਿਸਾਬ ਨਾਲ ਤਾਂ ਉਹ ਕਹਿ ਸਕਦੇ ਆ ਕਿ ਦੇਖੋ ਜੀ ਪੁਰਾਣਾ ਤੇ ਆ ਗਿਆ। ਅੱਗੇ ਇੱਦਾਂ ਬੋੜਾਂ ਦੇ ਥੱਲੇ ਪਿੱਪਲਾਂ ਥੱਲੇ ਬਹਿੰਦੇ ਹੁੰਦੇ ਸੀ ਲੋਕ ਪਹਿਲੇ ਪੰਜਾਬ 'ਚ। ਅੱਜ ਵੀ ਉਹ ਕਹਿ ਸਕਦੇ ਆ ਕਿ ਦੇਖੋ ਜੀ ਅਸੀਂ ਤਾਂ ਤੁਹਾਨੂੰ ਬਿਠਾਤਾ। ਚੁਟਕਲਾ ਵੀ ਸੁਣਾ ਸਕਦੇ ਆ ਭਗਵੰਤ ਮਾਨ ਜੀ, ਅਸੀਂ ਤਾਂ ਯਾਰ ਲਿਆਤਾ ਪੁਰਾਣਾ ਪੰਜਾਬ, ਅਸੀਂ ਤਾਂ ਤੁਹਾਨੂੰ ਬਹਾਤਾ ਦਰਖਤਾਂ ਦੇ ਥੱਲੇ ਜੀ। ਦੇਖੋ, ਜੋ ਬਦਲਾਵ ਦੀ ਲੋਕਾਂ ਨੇ ਆਸ ਕੀਤੀ ਸੀ ਨਾ ਜੀ ਵੀ ਇਹ ਸਰਕਾਰ ਜਿਹੜੀ ਨਵੀਂ ਸਰਕਾਰ ਆਈ ਹੈ, ਸਾਨੂੰ ਕੋਈ ਉਮੀਦਾਂ ਸੀ ਵੀ ਬਦਲਾਵ ਆਊਗਾ, ਪਰ ਅਜੇ ਤੱਕ ਤਾਂ ਕੋਈ ਨਹੀਂ ਹੋਇਆ। ਅਜੇ ਤੱਕ ਤਾਂ ਤੁਸੀਂ ਦੇਖ ਲਓ ਵੀ ਨਸ਼ੇ ਦਾ ਰੋਜ਼ 1-2 ਮੌਤਾਂ ਜਿਹੜੀਆਂ ਨਸ਼ੇ ਨਾਲ ਰੋਜ਼ ਅਖਬਾਰਾਂ ਦੇ ਵਿੱਚ ਛਪਦੀਆਂ ਹੁੰਦੀਆਂ ਪਤਾ ਨਹੀਂ ਕਿੰਨੀਆਂ। ਤੇ ਜੇ ਰੇਤੇ ਦੀ ਗੱਲ ਲੈ ਲਓ, ਰੇਤੇ ਦੀ 6000 ਦੀ ਟਰਾਲੀ ਪਹਿਲਾਂ ਵਿਕਦੀ ਸੀ, ਹੁਣ 7000 ਦੀ ਵਿਕਦੀ ਹੈ ਜੀ। ਬਦਲਾਅ ਤਾਂ ਕੋਈ ਦਿਸ ਨਹੀਂ ਰਿਹਾ ਵੀ ਬਦਲਾਵ ਕਿਹੜੇ ਪਾਸਿਓਂ ਆ ਗਿਆ ਅਜੇ ਤੱਕ। ਤੇ ਜੇ ਕਾਨੂੰਨ ਦੀ ਵਿਵਸਥਾ ਲੈ ਲਈਏ ਆਪਾਂ, ਕੱਲ੍ਹ ਦੀ ਘਟਨਾ ਜਿਹੜੀ ਉੱਥੇ ਲੁਧਿਆਣੇ ਦੇ ਕੋਲ ਵਾਪਰੀ ਹੈ, ਜੋ ਯੂਪੀ ਤੇ ਬਿਹਾਰ ਬੰਗਾਲ ਦੇ ਵਿੱਚ ਜਾਂ ਬਿਹਾਰ ਦੇ ਵਿੱਚ ਹਾਲਾਤ ਸੀ, ਉਹ ਸਾਡੇ ਪੰਜਾਬ ਦੇ ਹਾਲਾਤ ਬਣ ਗਏ। ਲੁੱਟਾਂ ਖੋਹਾਂ ਦੇ ਸ਼ਰੇਆਮ ਦਿਨ ਦੇ ਵਿੱਚ ਬੱਸ ਨੂੰ ਖੜੀ ਕਰਕੇ ਉੱਥੇ ਲੁੱਟਿਆ ਗਿਆ। ਇਹ ਤੁਸੀਂ ਦੇਖ ਲਓ ਵੀ ਇਹੀ ਬਦਲਾਵ ਹੈ। ਫਿਰ ਇਸ ਬਦਲਾਵ ਦੀ ਅਸੀਂ ਗੱਲ ਕਰਦੇ ਹਾਂ। ਜਿੱਦਾਂ ਪਹਿਲਾਂ ਸਰਕਾਰਾਂ ਦੇ ਟਾਈਮ ਸਾਨੂੰ ਦਰੀਆਂ 'ਤੇ ਬਹਿ ਕੇ ਆਪਣੇ ਹੱਕਾਂ ਦੀ ਖਾਤਰ, ਆਪਣੀ ਮੰਗਾਂ ਦੀ ਖਾਤਰ ਇਹਨਾਂ ਸਿਸਟਮ ਦੇ ਵਿਰੁੱਧ ਲੜਨਾ ਪੈਂਦਾ ਸੀ, ਉਹੀ ਹਾਲਾਤ ਅੱਜ ਹੈ। ਕੋਈ ਫਰਕ ਨਹੀਂ ਹੈਗਾ, ਕੋਈ ਫਰਕ ਨਹੀਂ ਹੈਗਾ। ਅੱਜ ਵੀ ਅਸੀਂ ਬੈਠੇ ਹਾਂ ਜੇ ਵੀ 6 ਘੰਟੇ ਸਾਨੂੰ ਬਿਜਲੀ ਜਿਹੜੀ ਹੈ ਮੋਟਰਾਂ ਦੀ ਦਿਨ ਸਪਲਾਈ ਜਿਹੜੀ ਦਿੱਤੀ ਜਾਵੇ, ਪਰ ਇਹਨਾਂ ਦੇ ਸਿਰ 'ਤੇ ਕੋਈ ਜੂੰ ਨਹੀਂ ਸਰਕ ਰਹੀ। ਸਵੇਰ ਦੇ ਅਸੀਂ ਤਕਰੀਬਨ 10 ਵਜੇ ਦੇ ਦਰੀਆਂ 'ਤੇ ਬੈਠੇ ਹਾਂ। ਐਸਸੀ ਸਾਹਿਬ ਆਏ ਸੀ, ਸਾਡੇ ਨਾਲ ਵਾਅਦਾ ਕਰਕੇ ਗਏ ਹਾਂ ਵੀ ਤੁਹਾਨੂੰ ਅਸੀਂ 4 ਘੰਟੇ ਦਾ ਕਹਿੰਦੇ ਹੋ ਗਈ ਆ, 6 ਘੰਟੇ ਕਰਾ ਕੇ ਭੇਜਾਂਗੇ। ਹੁਣ ਜਿੰਨੀ ਦੇਰ ਤੱਕ 6 ਘੰਟੇ ਬਿਜਲੀ ਨਹੀਂ ਸਾਨੂੰ ਯਕੀਨੀ ਬਣਾਉਂਦੇ, ਉਨੀ ਦੇਰ ਤੱਕ ਅਸੀਂ ਇੱਥੋਂ ਉੱਠਣਾ ਨਹੀਂ ਹੈਗਾ, ਉਨੀ ਦੇਰ ਤੱਕ ਅਸੀਂ ਬੈਠੇ ਰਹਿਣਾ। ਤੇ ਭਾਵੇਂ ਇਹ ਸਾਨੂੰ ਅੱਜ ਭੇਜ ਦੇਣ, ਭਾਵੇਂ ਕੱਲ੍ਹ ਭੇਜ ਦੇਣ, ਤੇ ਜਿੰਨੀ ਦੇਰ ਯਕੀਨੀ ਨਹੀਂ ਹੁੰਦੀ ਉਨੀ ਦੇਰ ਤੱਕ ਬੈਠਾਂਗੇ। ਜ਼ਰੂਰ। ਅਖੀਰ 'ਚ ਮੈਂ ਖੁਣ ਜੀ ਦੇ ਨਾਲ ਮੈਂ ਭਗਵੰਤ ਮਾਨ ਸਾਹਿਬ ਨੂੰ ਜ਼ਰੂਰ ਕਹਿਣਾ ਚਾਹੂੰਗਾ ਕਿ ਪੱਤਰਕਾਰ ਹੋਣ ਦੇ ਨਾਤੇ, ਕਿਉਂਕਿ ਜਦੋਂ ਦਿੱਲੀ ਸੰਘਰਸ਼ ਚੱਲਿਆ ਸੀਗਾ ਤੇ ਉੱਥੇ ਵੀ ਮੈਂ ਗਿਆ ਸੀਗਾ, ਤੇ ਇੱਥੇ ਆਸੇ-ਪਾਸੇ ਜਦੋਂ ਵੀ ਸੰਘਰਸ਼ ਚੱਲਦਾ ਹੈਗਾ ਤੇ ਪੱਤਰਕਾਰ ਆਮ ਲੋਕਾਂ ਦੀ ਆਵਾਜ਼ ਹੁੰਦਾ ਹੈਗਾ। ਇਸ ਕਰਕੇ ਮੈਂ ਆਮ ਲੋਕ ਜਿਹੜੇ ਸੰਘਰਸ਼ੀਲ ਹੈਗੇ ਆ ਉਹਨਾਂ ਦੀ ਆਵਾਜ਼ ਬਣ ਕੇ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦਾ ਕਿ ਮੈਨੂੰ ਇੱਕ ਪੱਤਰਕਾਰ ਹੋਣ ਦੇ ਨਾਤੇ ਇਸ ਗੱਲ ਦਾ ਪੂਰਨ ਭਰੋਸਾ ਹੈ, ਮੈਨੂੰ ਯਕੀਨ ਵਾ, ਤੁਹਾਨੂੰ ਵੀ ਜ਼ਰੂਰ ਪਤਾ ਹੋਊਗਾ ਇਸ ਗੱਲ ਦਾ ਕਿ ਇਹ ਜਿਹੜੇ ਸੰਘਰਸ਼ੀਲ ਬੰਦੇ ਹੈਗੇ ਆ ਨਾ, ਇਹ ਮੈਨੂੰ ਨਹੀਂ ਲੱਗਦਾ ਹੈਗਾ ਕਿ ਉੱਦਾਂ ਹੀ ਕਹਿ ਰਹੇ ਆ ਕਿ ਅਸੀਂ ਨਹੀਂ ਉੱਠਣਾ।
ਮੈਨੂੰ ਯਕੀਨ ਹੈ ਇਸ ਗੱਲ ਦਾ ਕਿ ਇਹਨਾਂ ਦੇ ਭਾਈ ਨਹੀਂ ਉੱਠ ਕੇ ਜਾਣਾ ਹੈਗਾ। ਇੱਥੇ ਲੰਗਰ ਪ੍ਰਸ਼ਾਦੇ ਵੀ ਬਣ ਗਏ, ਉੱਥੇ ਤਾਂ ਪੱਕੇ ਘਰ ਬਣ ਗਏ ਸੀਗੇ, ਸਾਰਾ ਕੁਝ ਹੋ ਗਿਆ ਸੀਗਾ। ਸੋ ਇਹ ਪੰਜਾਬ ਦੇ ਉਹ ਯੋਧੇ ਆ ਜਿਹੜੇ ਆਪਣੀਆਂ ਹੱਕੀ ਮੰਗਾਂ ਦੇ ਵਾਸਤੇ ਆਪਣੀਆਂ ਜਾਨਾਂ ਤੱਕ ਵਾਰ ਦਿੰਦੇ ਹੁੰਦੇ ਆ। ਦਰੀਆਂ ਦੇ ਉੱਪਰ ਧੁੱਪ ਦੇ ਵਿੱਚ ਬਹਿਣਾ ਤਾਂ ਫਿਰ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਖੁਣ ਜੀ ਜਾਂਦੇ ਪੰਜਾਬ ਦੇ ਲੋਕਾਂ ਨੂੰ ਥੋੜ੍ਹਾ ਜਿਹਾ ਜ਼ਰੂਰ ਕੁਛ ਨਾ ਕੁਛ ਕਹਿ ਜਾਓ, ਜਿਹੜੇ ਨਾ ਕਈ ਵਾਰ ਫਿਰ ਇਦਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਆ। ਅੱਜ ਇੱਕ ਪਾਰਟੀ ਗਈ, ਦੂਈ ਪਾਰਟੀ ਆ ਗਈ, ਤੀਆ ਬਦਲ ਚਾਹੀਦਾ, ਹੁਣ ਤੀਆ ਬਦਲ, ਚੌਥਾ ਬਦਲ ਚਾਹੀਦਾ ਯਾਰ ਇੱਦਾਂ, ਕਿਉਂਕਿ ਚੌਥਾ ਬਦਲ ਆਉਣਾ ਆ ਮੋਰੇ। ਹੁਣ ਕਹਿਣਾ ਜੋ ਬੀਜੇਪੀ ਵਾਲਿਆਂ ਨੇ ਜਦੋਂ ਪਹਿਲਾਂ ਕਹਿੰਦੇ ਰਹੇ ਆ ਅੱਗੇ ਵੀ ਇੰਜਣ ਹੋਵੇ ਤੇ ਪਿੱਛੇ ਵੀ ਇੰਜਣ ਹੋਵੇ ਤੇ ਗੱਡੀ ਤੇਜ਼ ਦੌੜੂਗੀ, ਮੋਦੀ ਸਾਹਿਬ ਵੀ ਕਹਿੰਦੇ ਰਹੇ ਆ। ਸੋ ਇਹਨਾਂ ਨੇ ਇਹ ਵੀ ਗੱਲ ਕਰਨੀ ਆ ਪੰਜਾਬ ਦੇ ਲੋਕਾਂ ਨਾਲ। 2024 ਦੇ ਇਲੈਕਸ਼ਨ ਮੋਰੇ ਆ ਰਹੇ ਆ, ਪੰਜਾਬ ਦੇ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਅਖੀਰ 'ਚ? ਮੈਂ ਤਾਂ ਪੰਜਾਬ ਦੇ ਲੋਕਾਂ ਨੂੰ, ਆਪਣੇ ਬਜ਼ੁਰਗਾਂ ਨੂੰ, ਨੌਜਵਾਨ ਵੀਰਾਂ ਨੂੰ, ਮਾਤਾਵਾਂ ਨੂੰ, ਭੈਣਾਂ ਨੂੰ, ਸਾਰਿਆਂ ਨੂੰ ਇੱਕੋ ਬੇਨਤੀ ਕਰੂੰਗਾ, ਇਸ ਬੱਸ ਦੇ ਪੰਜਾਬ ਨੂੰ ਬਚਾ ਲਓ, ਇਸ ਬੱਸ ਦੇ ਪੰਜਾਬ ਦੇ ਪਾਣੀ ਨੂੰ ਬਚਾ ਲਓ। ਇਹ ਜਿਹੜਾ ਸਾਡੇ ਗੁਰੂਆਂ ਦੇ, ਪੀਰਾਂ ਦੇ, ਪੈਗੰਬਰਾਂ ਦੇ, ਰਿਸ਼ੀਆਂ ਮੁਨੀਆਂ ਦੇ ਨਾਂ ਤੇ ਪੰਜਾਬ ਵੱਸਦਾ ਸੀ ਨਾ, ਇਹਨੂੰ ਉਜਾੜਨ ਆ ਗਏ ਸਾਰੇ ਸਿਆਸੀ ਲੋਕ ਜਿਹੜੇ। ਬਿਲਕੁਲ ਇਹਨਾਂ ਦੀ ਨੀਤ ਠੀਕ ਨਹੀਂ, ਇਹਨਾਂ ਦੀ ਨੀਤ ਮਾੜੀ ਆ। ਜਿੰਨਾ ਚਿਰ ਗੁਰਨਾਮ ਸਿੰਘ ਜੀ ਨੇ ਵੀ ਗੱਲ ਕੀਤੀ, ਜਿੰਨਾ ਚਿਰ ਦਿੱਲੀ ਤੋਂ ਫਰਮਾਨ ਆਊਗਾ ਤੇ ਪੰਜਾਬ ਦਾ ਨੁਕਸਾਨ ਹੋਊਗਾ। ਜਦੋਂ ਦਿੱਲੀ ਤੋਂ ਫਰਮਾਨ ਆਉਣੋਂ ਹਟ ਗਿਆ, ਸੰਤ ਬਾਬਾ ਜਰਨੈਲ ਸਿੰਘ ਜੀ, ਅੱਜ ਸਾਨੂੰ ਗੱਲ ਕਰਨੀ ਬਣਦੀ ਵੀ ਦਿਨ ਆ ਇਹ ਪਹਿਲੀ ਤੋਂ ਲੈ ਕੇ 6 ਜੂਨ ਤੱਕ ਵੀ ਬਾਬਾ ਜੀ ਨੇ ਇੱਕੋ ਹੀ ਗੱਲ ਕੀਤੀ ਸੀ। ਆਪਾਂ ਸੰਗਤ ਵੀ ਕੀਤੀ ਉਹਨਾਂ ਦੀ, ਥੋੜ੍ਹਾ ਚਿਰ ਮੈਂ 14-15 ਦਿਨ ਉੱਥੇ ਨਾਨਕਣ ਵਾਸਤੇ ਰਹੇ ਵੀ ਆ, ਸਾਰਾ ਸੁਣਦੇ ਰਹੇ ਜਾਂ ਮੰਜੀ ਸਾਹਿਬ ਜਾ ਕੇ ਵੀ ਉਹ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਸੀ। ਆ ਜਿਹੜੇ 18 ਮਤੇ ਦੀ ਗੱਲ ਕੀਤੀ ਆ, 18 ਵਿੱਚ ਉਹਦੇ ਪੁਆਇੰਟ ਆ, ਉਹ ਸਾਰੇ ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਾਰਿਆਂ ਲਈ ਆ। ਕਿਤੇ ਇਕੱਲੇ ਸਿੱਖਾਂ ਦੀ ਮੰਗ ਨਹੀਂ ਸੀ, ਸਿੱਖਾਂ ਦੀ। ਅੱਜ ਵੀ ਹਰਿਮੰਦਰ ਸਾਹਿਬ ਤੋਂ ਜਿਹੜਾ ਕੀਰਤਨ ਗੁਰਬਾਣੀ ਦਾ ਪ੍ਰਚਾਰ ਚੱਲਦਾ ਹੀ ਆ। ਕਿਹੜੀ ਗੱਲ ਸੀ ਇਹ ਵੱਡੀ? ਇਹਨਾਂ ਨੇ ਬਹੁਤ ਧੱਕਾ ਕੀਤਾ। ਮੇਰੀ ਤਾਂ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ, ਪੰਜਾਬ ਵਾਸੀਆਂ ਨੂੰ, ਇਸ ਪੰਜਾਬ ਨੂੰ ਬਚਾਉਣ ਲਈ ਸੱਚੇ ਸੁੱਚੇ ਬੰਦਿਆਂ ਨੂੰ ਅੱਗੇ ਲਿਆ ਕੇ ਜੇ ਕੁਝ ਭਲਾ ਹੋ ਸਕਦਾ ਤਾਂ ਤੁਸੀਂ ਕਰ ਲਓ। ਨਹੀਂ ਤਾਂ ਅਸੀਂ ਤਾਂ ਭਰਾਵਾ, ਮੇਰੀ 60 ਸਾਲ ਤੋਂ ਉਮਰ ਜ਼ਿਆਦਾ ਹੋ ਗਈ। ਅਸੀਂ ਛੋਟੇ ਜਿਹੇ ਹੁੰਦੇ ਸੀ ਤੇ ਆਪਣੇ ਮੈਨੂੰ ਚੇਤਾ ਆ ਗਿਆ, ਮੇਰਾ ਇੱਕ ਭਾਣਜਾ ਸੀ ਪੈਂਸਤਾਨੀ 'ਚੋਂ, ਉਹ ਬਿਲਕੁਲ ਹੀ ਛੋਟਾ ਸੀਗਾ ਤੇ ਉਹਨੂੰ ਛੋਟਾ ਸਾਈਕਲ ਲੈ ਕੇ ਦਿੱਤਾ ਸੀ, ਮੇਰੇ ਕੋਲ ਰਹਿੰਦਾ ਸੀ। ਤੇ ਜਦੋਂ ਅਸੀਂ ਉਦੋਂ ਲਾਉਂਦੇ ਹੁੰਦੇ ਸੀ ਧਰਨੇ, ਤਾਂ ਅਸੀਂ ਨਲੋਈਆਂ ਬਾਈਪਾਸ 'ਤੇ ਲਾਇਆ ਤੇ ਅਸੀਂ ਉਹ ਸਾਡੇ ਭਾਪੇ ਹੋਣੀ ਵੱਡੀਆਂ ਕਿਰਪਾਨਾਂ ਫੜੀਆਂ, ਅਸੀਂ ਨਾਲ ਸਾਈਕਲਾਂ 'ਤੇ ਤਾਂ ਉਹ ਨਿੱਕੀ ਜਿਹੀ ਕਿਰਪਾਨ ਫੜੀ ਸੀ। ਵੀ ਅਸੀਂ ਉਦੋਂ ਦਾ ਦੇਖਦੇ ਹਾਂ, ਅਸੀਂ ਤਾਂ ਇੱਦਾਂ ਦਰੀਆਂ 'ਤੇ ਹੀ ਰਹੇ ਹਾਂ। ਜਦੋਂ ਆਹ ਕਿਹੜੀ ਮੰਗ ਹੈ ਐਸੀ ਸਾਹਿਬ ਦੇ, ਕੀ ਇੱਕ 10 ਮਿੰਟ ਦਾ ਕੰਮ ਆ ਯਾਰ, ਕਿਸਾਨਾਂ ਦੀ ਫਸਲ ਉੱਜੜ ਗਈ, ਇਹਨੂੰ ਤੁਸੀਂ ਬਿਜਲੀ ਇਹਨਾਂ ਨੂੰ 6 ਘੰਟੇ ਦੇ ਦਿਓ, 10-12 ਦਿਨ, ਫੇਰ ਤਾਂ 8 ਘੰਟੇ ਹੋ ਜਾਊਗੀ। 8 ਦੀ ਵੀ 6 ਹੀ ਮਿਲਦੀ ਹੁੰਦੀ ਆ, ਪਰ ਚਲੋ ਇਹਨਾਂ ਵਿਚਾਰਿਆਂ ਦੀ ਫਸਲ ਤਾਂ ਬਚਾਓ। ਤੇ ਪੰਜਾਬ ਦਾ ਕਾਹਦਾ ਭਲਾ ਕਰਦੇ ਜੀ, ਕਾਹਦਾ ਮੁੱਖ ਮੰਤਰੀ ਆ ਜੀ? ਪੰਜਾਬ ਨੂੰ ਬਚਾਉਣ ਨੂੰ ਇਹੋ ਜਿਹੇ ਮੁੱਖ ਮੰਤਰੀਆਂ ਦੀ ਲੋੜ ਨਹੀਂ, ਨਾ ਇਹ ਨਹੀਂ ਬਚਾਉਣਾ ਆ। ਇਹ ਤਾਂ ਸਿਰਫ ਨਕਲੀਏ ਸੀਗੇ, ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ, ਨਕਲਾਂ ਕਰਨ ਵਾਲਿਆਂ ਨੂੰ ਅੱਗੇ ਲਿਆਤਾ। ਕਿਸੇ ਇਨਸਾਨ ਨੂੰ ਲਿਆਂਦਾ ਹੋਵੇ, ਵਧੀਆ ਇਨਸਾਨ ਕੋਈ ਹੋਵੇ, ਭਲਾ ਕਰ ਸਕੇ। ਹੁਣ ਸੰਤ ਬਾਬਾ ਜਰਨੈਲ ਸਿੰਘ ਦੀ ਗੱਲ ਕਰਦੇ ਆ, ਉਹਨਾਂ ਨੇ ਆਪਣੀ ਸ਼ਹੀਦੀ ਦੇ ਕੇ ਵੀ ਇੰਨਾ ਕੁਝ ਸਾਡੇ ਲਈ ਦੇ ਕੇ ਗਏ ਆ, ਸਾਰੀ ਕੌਮ ਨੂੰ ਜਗਾ ਗਏ ਆ। ਸਾਰੀ ਕੌਮ ਜਿਹੜੀ ਕਿੱਥੇ ਤੇ ਕਿੰਨੀਆਂ ਸ਼ਹੀਦੀਆਂ ਹੋ ਗਈਆਂ, ਕਿੰਨਾ ਕੁਛ ਹੋ ਗਿਆ। ਕੌਮ ਉੱਥੇ ਫਿਰ ਵੀ ਖੜੀ ਅੜ ਕੇ ਲੜ ਰਹੀ ਆ। ਅਸੀਂ ਆ ਪਿਛਲਾ ਮੋਰਚਾ ਲੜਿਆ ਜਿਹੜਾ 15 ਮਹੀਨੇ ਦਾ ਲਾਚੋਵਾਲ ਟੂਲ ਪਲਾਜ਼ੇ ਤੇ, ਉਹ ਸਾਰੇ ਸਾਥੀ ਅੱਜ ਅਸੀਂ ਮਾੜੀ ਜਿਹੀ ਆਵਾਜ਼ ਮਾਰੀ ਸੀ, ਅਸੀਂ ਕਿ ਭਾਵੇਂ 5 ਹੋਈਏ, ਅਸੀਂ ਡਟਾਂਗੇ। ਅਸੀਂ ਹੁਣ ਫਿਰ ਇਹ ਬੇਨਤੀ ਪੰਜਾਬ ਵਾਸੀਆਂ ਨੂੰ ਵੀ ਹੱਥ ਜੋੜ ਕੇ ਕਰਦੇ, ਪੰਜਾਬ ਦੇ ਪਾਣੀ ਨੂੰ ਬਚਾ ਲਓ, ਪੰਜਾਬ ਦੀ ਜਵਾਨੀ ਨੂੰ ਬਚਾ ਲਓ। ਆਹ ਜਿਹੜੀ ਜਵਾਨੀ ਰੋਜ਼ ਨਿੱਤ ਗੋਲੀਆਂ ਮਾਰ ਕੇ ਮਾਰੀ ਜਾਂਦੀ ਹੈ, ਜੇ ਕੋਈ ਉੱਠਦਾ, ਜੇ ਦੀਪ ਸਿੱਧੂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ, ਜੇ ਉਸ ਨੌਜਵਾਨ ਨੇ ਕੀਤੀ ਮੂਸੇਵਾਲ ਨੇ, ਤੇ ਇਹ ਤੁਸੀਂ ਗੋਲੀਆਂ ਨਾ ਮਾਰ ਦਿਓ, ਤੇ ਇਹ ਘਟੀਆ ਕਾਰਵਾਈ ਨਹੀਂ ਜੀ। ਆਹ ਕੱਲ੍ਹ ਖਾਲਸਾ ਕਾਲਜ ਦੇ ਮੂਹਰੇ ਗੋਲੀ ਚੱਲ ਗਈ ਜੀ, ਨੌਜਵਾਨ ਮਾਰਿਆ ਗਿਆ, ਬੱਸ ਲੁੱਟੀ ਗਈ ਜੀ। ਕੀ ਇਹ ਪੰਜਾਬ ਦੇ ਵਿੱਚ ਘਟਨਾਵਾਂ ਇੱਕ ਦਿਨ ਦਾ ਕੰਮ ਆ? ਮੈਂ ਕਹਿੰਦਾ ਜੀ ਇਹਨਾਂ ਲੋਕਾਂ 'ਚੋਂ ਬੈਠੇ ਸਾਡੇ ਜਥੇਦਾਰ ਬੈਠੇ, ਇਹਨਾਂ ਲੋਕਾਂ 'ਚੋਂ ਕਿਸੇ ਨੂੰ ਕਮਾਂਡ ਦੇ ਕੇ ਦੇਖ ਲੈਣ, ਕਰ ਸਕਦੇ ਸਭ ਕੁਝ ਰੋਕ ਸਕਦੇ ਆ। ਇਹਨਾਂ ਦੀ ਨੀਤ ਨਹੀਂ ਸਾਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ ਜ਼ਰੂਰ। ਆਪਾਂ ਤੇ ਆਪਣਾ ਇੱਕ ਪੱਤਰਕਾਰੀ ਦਾ ਫਰਜ਼ ਨਿਭਾਉਣ ਵਾਸਤੇ ਆਪਾਂ ਇਹਨਾਂ ਵੀਰਾਂ ਦੇ ਵਿੱਚ ਆ ਕੇ ਬੈਠੇ ਹਾਂ। ਇੱਕੋ ਹੀ ਗੱਲ ਕਹਿ ਕੇ ਸਮਾਪਤੀ ਕਰੂੰਗਾ ਜੀ, ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਸਾਰੇ ਜਿਹੜੇ ਵੀ ਸੱਜਣ ਸੰਘਰਸ਼ ਕਰਨ ਵਾਸਤੇ ਇਹਦਾ ਦਰੀਆਂ ਦੇ ਉੱਪਰ ਬੈਠੇ ਹੋਏ ਆ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆਪਣੇ ਸਮੇਂ ਕਹਿੰਦੇ ਹੁੰਦੇ ਸੀਗੇ, ਉਹਨਾਂ ਦੇ ਬੋਲ ਅੱਜ ਵੀ ਪੰਜਾਬ ਦੀ ਫਿਜ਼ਾ ਦੇ ਵਿੱਚ ਗੂੰਜਦੇ ਨੇ। ਉਹ ਕਹਿੰਦੇ ਹੁੰਦੇ ਸੀਗੇ ਕਿ ਸਿੱਖ
ਸਿੱਖਾਂ ਦੇ ਗਲੋਂ ਜਿੰਨਾ ਚਿਰ ਗੁਲਾਮੀ ਨਹੀਂ ਲੈਂਦੀ ਉਹਨਾਂ ਚਿਰ ਪੰਜਾਬ ਦਾ ਭਲਾ ਨਹੀਂ ਹੋਣਾ। ਸੋ ਪੰਜਾਬ ਦਾ ਭਲਾ ਤਾਂ ਹੀ ਹੋਣਾ ਜੇ ਸਿੱਖਾਂ ਦੇ ਗਲੋਂ ਗੁਲਾਮੀ ਲੈਂਦੀ ਆ ਤਾਂ। ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਵਾਕਈ ਸੰਤ ਭਿੰਡਰਾਂਵਾਲੇ ਨੇ ਜਿਹੜੀ ਗੱਲ ਕਹੀ ਸੀਗੀ ਉਹ ਅੱਜ ਵੀ ਸੱਚੀ ਹੈ ਕਿ ਜਿੰਨਾ ਚਿਰ ਸਿੱਖਾਂ ਦੇ ਗਲੋਂ ਗੁਲਾਮੀ ਨਹੀਂ ਲੈਂਦੀ ਉਹਨਾਂ ਚਿਰ ਪੰਜਾਬ ਦਾ ਭਲਾ ਹੋਣ ਵਾਲਾ ਨਹੀਂ, ਭਾਵ ਕਿ ਉਹਨਾਂ ਚਿਰ ਪੰਜਾਬ ਵਾਸੀਆਂ ਨੂੰ ਇਦਾਂ ਹੀ ਧੁੱਪਾਂ ਦੇ ਵਿੱਚ, ਸੜਦੀਆਂ ਧੁੱਪਾਂ ਦੇ ਵਿੱਚ ਆਪਣੇ ਪਿੰਡੇ ਲੂਣੇ ਪੈਣਗੇ। ਤੁਹਾਨੂੰ ਮੰਗ ਪੱਤਰ ਦਿੱਤਾ ਗਿਆ ਜੀ, ਕੁਝ ਕਹਿਣਾ ਚਾਹੁੰਦੇ ਹੋ? ਅਸੀਂ ਪਹਿਲਾਂ ਇਹਨਾਂ ਨੂੰ ਹੁਸ਼ਿਆਰਪੁਰ ਸਰਕਲ ਨੂੰ ਸਿਰਫ 3 ਘੰਟੇ ਸਪਲਾਈ ਦਿੱਤੀ ਸੀ ਇਹਨਾਂ ਨੇ ਪਨੀਰੀ ਵਾਸਤੇ। ਅਸੀਂ ਕੱਲ੍ਹ ਹੀ ਸਾਨੂੰ ਪਤਾ ਲੱਗਾ ਵੀ ਨਹੀਂ ਆਪਣੇ ਏਰੀਏ ਦੇ ਵਿੱਚ ਮੱਕੀ, ਕਮਾਦ ਔਰ ਸਬਜ਼ੀਆਂ ਦਾ ਹੈਗਾ ਕਿ ਇਹਨੂੰ 6 ਘੰਟੇ ਕੀਤੀ ਜਾਵੇ। ਅੱਜ ਉਹਨਾਂ ਨੇ 4 ਘੰਟੇ ਤੱਕ ਕਰ ਦਿੱਤੀ ਹੈਗੀ ਹੈ ਮੈਨੇਜਮੈਂਟ ਨੇ। ਹੁਣ ਅਸੀਂ ਇਹਨਾਂ ਨੇ ਮੰਗ ਪੱਤਰ ਕਿਸਾਨ ਜਥੇਬੰਦੀ ਨੇ ਜਿਹੜਾ 6 ਘੰਟੇ ਦੀ ਮੰਗ ਹੈ ਉਹ ਕੋਸ਼ਿਸ਼ ਕਰਦੇ ਵੀ ਜਿਹੜੀ 3 ਗਰੁੱਪਾਂ 'ਚ 4-4 ਘੰਟੇ ਦੇ ਰਹੇ ਆ, 2 ਗਰੁੱਪਾਂ ਦੇ ਵਿੱਚ 6-6 ਘੰਟੇ ਦੀ ਆਪਾਂ ਕੋਸ਼ਿਸ਼ ਕਰਦੇ ਲੈਣ ਕੇ, ਤਾਂ ਕਿ ਹੁਸ਼ਿਆਰਪੁਰ ਸਰਕਲ ਜਿਹੜਾ ਕੰਢੀ ਦਾ ਇਲਾਕਾ ਹੈ, ਰੇਤਲਾ ਇਲਾਕਾ ਹੈਗਾ, ਇੱਥੇ 6 ਘੰਟੇ ਦੀ ਜ਼ਰੂਰਤ ਤੋਂ ਬਿਨਾਂ ਨਹੀਂ ਸਰਦਾ। ਉਹ ਬੇਨਤੀ ਕਰਦੇ ਉੱਤੇ ਮੈਨੇਜਮੈਂਟ ਨੇ ਇਹਨਾਂ ਦੀ ਜਿਹੜੀ ਮੰਗ ਧਿਆਨ 'ਚ ਲਿਆਉਂਦੇ ਆ, ਤਾਂ ਆਸ ਕਰਦੇ ਹਾਂ ਕਿ ਉਹ ਕਬੂਲ ਕਰਨਗੇ, ਕਿ ਉਹ ਅੱਗੇ ਵੀ ਜਦੋਂ ਵੀ ਅਸੀਂ ਆਪਣੇ ਇਹਨਾਂ ਦੀ ਮੰਗ ਪਹੁੰਚਾਈ ਆ ਉਹਨਾਂ ਨੇ ਉਹਨੂੰ ਨਿਪਰੇ ਚਾੜਿਆ ਹੈਗਾ। ਸਰ ਸਰਕਾਰ ਵੱਲੋਂ ਕੋਈ ਘਾਟ ਆ ਜਾਂ ਆਪਣੇ ਕੋਲ ਕੋਈ ਸਮੱਸਿਆ ਆ ਜਾਂਦੀ ਹੈ? ਘਾਟ ਦੀ ਨਹੀਂ, ਇਹ ਸਿਰਫ ਰੈਗੂਲੇਸ਼ਨ ਹੀ ਕਰਦੇ ਆ ਸਪਲਾਈ ਦੇ ਨਾਲ, ਕਿਉਂਕਿ ਅਸੀਂ ਕਿਸ ਵੇਲੇ ਜਿੱਦਾਂ ਇਸ ਵੇਲੇ ਕੋਲੇ ਦੀ ਥੋੜੀ ਸ਼ਾਰਟੇਜ ਆ, ਥਰਮਲ ਬੰਦ ਰੱਖੇ ਆ ਸਿਰਫ ਇਸੇ ਕਰਕੇ ਵੀ ਜਿਹੜੀ ਆਪਣੀ 12 ਜੂਨ ਤੋਂ ਪੈਡੀ ਲਈ 8 ਘੰਟੇ ਸਪਲਾਈ ਦੇਣੀ ਆ ਉਹ 'ਚ ਕੋਈ ਨਿਰਵਿਘਨ ਨਾ ਆਵੇ। ਅਸੀਂ ਇਹ ਪਿੱਛੇ ਰਾਜਪੁਰੇ 500 KVA ਦਾ ICT ਇੱਕ ਟਰਾਂਸਫਾਰਮਰ ਚਾਲੂ ਕੀਤਾ ਮੰਤਰੀ ਸਾਹਿਬ ਨੇ, ਵੀ ਤਾਂ ਕਿ ਜਿਹੜੀ ਸੈਂਟਰ ਤੋਂ ਵੀ ਬੱਤੀ ਲੈਣੀ ਆ ਉਹ ਪਹਿਲਾਂ ਸਾਡੀ 7500 ਮੈਗਾਵਾਟ ਸੀ, ਇਸ ਵਾਰੀ 8500 ਮੈਗਾਵਾਟ ਕੀਤੀ ਹੈ। ਤਾਂ ਕੋਸ਼ਿਸ਼ ਆ ਵੀ ਜਿਹੜੀ 14000 ਮੈਗਾਵਾਟ ਸਪਲਾਈ ਹੈ ਝੋਨੇ ਦੇ ਸੀਜ਼ਨ ਵਿੱਚ ਪੂਰੀ ਦੇਵਾਂਗੇ। ਜ਼ਰੂਰ, ਧੰਨਵਾਦ ਜੀ। ਅਸੀਂ ਸਾਹਿਬ ਖੁਣ ਜੀ ਤੁਹਾਡੀ ਹੋ ਗਈ ਤਸੱਲੀ ਜੀ? ਹਾਂਜੀ, ਤੁਹਾਡੀ ਤਸੱਲੀ ਹੋ ਗਈ ਜੀ? ਮੰਗ ਪੱਤਰ ਦਿੱਤਾ ਤੁਸੀਂ ਉਹਨਾਂ ਨੇ ਜੀ? ਜਿੰਨਾ ਚਿਰ 6 ਘੰਟੇ ਦਾ ਸਾਡਾ ਉਹ ਘਰ ਹੁੰਦੇ ਨਹੀਂ ਪਾਸ, ਅਸੀਂ ਇੱਥੇ ਬੈਠੇ, ਅਸੀਂ ਉਦੋਂ ਜਾਣਾ। ਘੰਟੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਨੀ ਦੇਰ ਅਸੀਂ ਇੱਥੇ ਬੈਠੇ ਹਾਂ। ਜਦੋਂ 6 ਘੰਟੇ ਦਾ ਨੋਟੀਫਿਕੇਸ਼ਨ ਜਾਰੀ ਹੋ ਜਾਊਗਾ ਉਦੋਂ ਘਰਾਂ ਨੂੰ ਜਾਵਾਂਗੇ। ਜ਼ਰੂਰ। ਸੋ ਕਿਸਾਨ ਆਗੂਆਂ ਦਾ ਕਹਿਣਾ ਹੈਗਾ ਕਿ ਆਪਾਂ ਇਦਾਂ ਫੋਟੋ ਖਿਚਾ ਕੇ ਸਿਰਫ ਮੰਗ ਪੱਤਰ ਦੇ ਕੇ ਉਹਨਾਂ ਨੇ ਭਰੋਸਾ ਦੇਤਾ, ਇਦਾਂ ਜਾਣ ਵਾਲੇ ਨਹੀਂ ਹੈਗੇ। ਇਹਨਾਂ ਦਾ ਕਹਿਣਾ ਹੈਗਾ ਕਿ ਨੋਟੀਫਿਕੇਸ਼ਨ ਜਾਰੀ ਹੋਊਗਾ ਅਸੀਂ ਤਾਂ ਹੀ ਇੱਥੋਂ ਜਾਣਾ, ਉਹਨਾਂ ਚਿਰ ਆਪਾਂ ਇੱਥੇ ਇਦਾਂ ਹੀ ਬੈਠੇ ਹਾਂ। ਧੰਨਵਾਦ।